पर मोहे, शिवा पर मोहे। 770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। सोनिया सत श्री अकाल, देह शिवा पर मोहे, शुभ कर मन दे कबू न करो। ਕੋਵਿਡ-19 ਨੇ ਅਨੇਕ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਸਹਾਇਤਾ ਉਪਲਬਧ ਹੈ, ਜਿਵੇਂ ਕਿ ਯੋਗ ਛੋਟੇ ਕਾਰੋਬਾਰਾਂ ਵਾਸਤੇ $20,000 ਤੱਕ ਦੀ ਗ੍ਰਾਂਟ ਉਸ ਢੰਗ ਨਾਲ ਵਰਤੇ ਜਾਣ ਲਈ ਜਿਹੜਾ ਉਹਨਾਂ ਲਈ ਸਭ ਤੋਂ ਸਹੀ ਜਾਪਦਾ ਹੈ। ਅਸੀਂ ਛੋਟੇ ਕਾਰੋਬਾਰਾਂ ਦੀ ਹੁਣ ਅਤੇ ਜਦੋਂ ਕੋਵਿਡ-19 ਸਾਡੇ ਪਿੱਛੇ ਰਹਿ ਜਾਵੇਗਾ ਸਾਰੇ ਭਾਈਚਾਰੇ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ। ontario.ca/covid support ਤੇ ਅਪਲਾਈ ਕਰੋ। ontario ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, Armor Insurance is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। Armor Insurance Brokers 9054525127 905-452-5127। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਜੀ ਆਇਆਂ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਐਸੇ ਮੁੱਦੇ ਲੈ ਕੇ ਜਿਹੜੇ ਕਿ ਇੰਡੋ ਕੈਨੇਡੀਅਨਜ਼ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਬਹੁਤ ਕਲੋਜ਼ਲੀ ਜਿਹੜੇ ਆ ਐਸੋਸੀਏਟਡ ਹੁੰਦੇ ਆ, ਬੜੇ ਨਾਲ ਸਾਨੂੰ ਜੁੜੇ ਰਹਿੰਦੇ ਆ, ਔਰ ਉਹਦੇ ਨਾਲ ਉਹਨਾਂ ਦੀ ਗੱਲ ਕਰਨੀ ਜਿਹੜੀ ਆ ਸਾਡੇ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਐਸੇ ਮੁੱਦੇ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਗੱਲ ਕਰਾਂਗੇ ਕਿ ਕੀ ਅਸੀਂ ਇੱਕ ਦੂਸਰੇ ਨਾਲੋਂ ਵਧੀਆ ਕਰਨ ਵਾਸਤੇ, ਇੱਕ ਦੂਜੇ ਨੂੰ ਵਧੀਆ ਦੱਸਣ ਵਾਸਤੇ ਕੀ ਅਸੀਂ ਆਪਸ ਵਿੱਚ ਡਿਵਾਈਡ ਹੋ ਰਹੇ ਹਾਂ। ਕੀ ਵਾਕਿਆ ਹੀ ਅੱਜ ਸਾਡੇ ਕਮਿਊਨਿਟੀ ਲੈਵਲ ਦੇ ਲੀਡਰਸ ਹਨ? ਕੀ ਅਸੀਂ ਪੋਲੀਟੀਸ਼ੀਅਨਸ ਨੂੰ ਲੀਡਰਸ ਮੰਨਦੇ ਹਾਂ? ਕੀ ਵਾਕਿਆ ਹੀ ਸਾਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਕੋਈ ਸੇਧ ਮਿਲ ਰਹੀ ਹੈ, ਜਾਂ ਅਸੀਂ ਅੱਜ ਪੋਲੀਟੀਸ਼ੀਅਨਸ ਦੇ ਹੱਥਾਂ ਦੇ, ਉਹਨਾਂ ਦੀ ਆਪਣੇ ਏਜੰਡੇ ਜਿਹੜੇ ਆ ਉਹਨਾਂ ਦਾ ਸ਼ਿਕਾਰ ਆ। ਔਰ ਅੱਜ ਦਾ ਸਾਡਾ ਜਿਹੜਾ ਮੁੱਦਾ ਹੈ ਉਹ ਹੈ ਕਮਿਊਨਲ ਹਾਰਮਨੀ। ਸਾਡਾ ਭਾਈਚਾਰਾ ਔਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਿਹੜੇ ਇੰਡੋ ਕੈਨੇਡੀਅਨ ਮੂਲ ਦੇ ਲੋਕ ਨੇ, ਉਹਨਾਂ ਦੇ ਭਾਈਚਾਰੇ ਉੱਤੇ ਜੋ ਇੰਨੇ ਦਹਾਕਿਆਂ ਤੋਂ ਮਿਹਨਤ ਕਰਕੇ ਉਹਨਾਂ ਨੇ ਬਣਾਇਆ ਹੈ, ਉਹ ਕਿਉਂ ਅੱਜ ਵੱਖਰਾ ਵੱਖਰਾ ਹੁੰਦਾ ਨਜ਼ਰ ਆ ਰਿਹਾ ਹੈ। ਜਿਵੇਂ ਗੱਲ ਹਮੇਸ਼ਾ ਹੀ ਕੀਤੀ ਜਾਂਦੀ ਹੈ, ਸੁਣੀ ਜਾਂਦੀ ਹੈ, ਔਰ ਇਹ ਸੁਣਨ ਨੂੰ ਮਿਲਦਾ ਕਿ ਇਹ ਬਹੁਤ ਘੱਟ ਪਰਸੈਂਟੇਜ, ਬਹੁਤ ਘੱਟ ਲੋਕ ਨੇ ਜਿਹੜੇ ਕਿ ਸ਼ਾਇਦ ਵੱਖਵਾਦੀ ਜਾਂ ਆਪਸੀ ਭਾਈਚਾਰੇ ਦੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਗਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੈਂਸਰ ਦਾ ਸਿਰਫ ਇੱਕ ਸੈੱਲ ਤੁਹਾਡੀ ਸਾਰੀ ਬਾਡੀ ਨੂੰ, ਤੁਹਾਡੇ ਸਾਰੇ ਸਰੀਰ ਨੂੰ ਖਾ ਜਾਂਦਾ ਹੈ, ਔਰ ਅਗਰ ਉਸ ਸੈੱਲ ਦਾ ਉਸੇ ਟਾਈਮ ਟਰੀਟਮੈਂਟ ਨਾ ਕੀਤਾ ਜਾਏ ਔਰ ਇਸ ਥਿਊਰੀ ਦੇ ਨਾਲ ਅਸੀਂ ਚੱਲਦੇ ਰਹੀਏ ਕਿ ਬਹੁਤ ਘੱਟ ਲੋਕ ਨੇ, 1% 2% ਲੋਕ ਨੇ ਸਿਰਫ ਜੋ ਇਹ ਚਾਹੁੰਦੇ ਨੇ ਜਾਂ ਜਿਹੜਾ ਕਮਿਊਨਿਟੀਆਂ ਨੂੰ ਡਿਵਾਈਡ ਕਰ ਰਹੇ ਨੇ, ਅਤੇ ਅਸੀਂ ਉਸੇ ਤਰ੍ਹਾਂ ਹੀ ਉਸੇ ਕੈਂਸਰ ਦੇ ਸੈੱਲ ਵਾਂਗ ਹੀ ਉਸ ਚੀਜ਼ ਨੂੰ ਇਗਨੋਰ ਕਰ ਰਹੇ ਹਾਂ ਜੋ ਕੱਲ੍ਹ ਨੂੰ ਸਾਡੇ ਸਾਰੇ ਹੀ ਭਾਈਚਾਰੇ ਨੂੰ, ਸਾਡੀ ਸਾਰੇ ਕਮਿਊਨਿਟੀ ਦੇ ਸਰੀਰ ਨੂੰ ਖਾ ਜਾਏਗੀ ਔਰ ਅਸੀਂ ਪੂਰੀ ਤਰ੍ਹਾਂ ਕੈਂਸਰ ਦੇ ਨਾਲ ਗ੍ਰਸਤ ਹੋ ਜਾਵਾਂਗੇ। ਇਸ ਕਰਕੇ ਅੱਜ ਲੋੜ ਹੈ ਕਿ ਇਸ ਤੋਂ ਪਹਿਲਾਂ ਕਿ ਉਹ 1 ਸੈੱਲ ਜਾਂ 2 ਸੈੱਲ ਸਾਰਾ ਸਰੀਰ ਖਾਣ, ਸਾਰੀ ਭਾਈਚਾਰੇ ਨੂੰ ਖਾਣ, ਔਰ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਕੀਤੀ ਹੋਈ ਹੈ ਇੰਡੋ ਕੈਨੇਡੀਅਨਸ ਨੇ ਕੈਨੇਡਾ ਦੇ ਵਿੱਚ ਆ ਕੇ ਆਪਣਾ ਨਾਂ ਬਣਾਉਣ ਵਿੱਚ, ਔਰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਜਿੱਥੇ ਉਹ ਅੱਜ ਖੜ੍ਹੇ ਹੋਏ ਨੇ, ਅੱਜ ਉਹ ਘੜੀ ਨਜ਼ਰ ਆ ਰਹੀ ਹੈ ਜਿੱਥੇ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਗਰਾਊਂਡ ਲੈਵਲ 'ਤੇ ਵੰਡੇ ਗਏ ਹਾਂ। ਕਿਉਂ ਵੰਡੇ ਗਏ ਆ? ਕਿਹਦਾ ਕਸੂਰ ਹੈ? ਕਿਸੇ ਇੱਕ ਭਾਈਚਾਰੇ ਦਾ ਕਸੂਰ ਨਹੀਂ ਹੈ।
ਕਿਸੇ ਇੱਕ ਗੌਰਮੈਂਟ ਦਾ ਕਸੂਰ ਨਹੀਂ ਹੈ, ਕਿਸੇ ਇੱਕ ਮੀਡੀਆ ਦਾ ਕਸੂਰ ਨਹੀਂ ਹੈ, ਇਹ ਕਸੂਰ ਸਾਡਾ ਸਾਰਿਆਂ ਦਾ, ਹਰ ਭਾਈਚਾਰੇ ਦਾ ਕਸੂਰ ਹੈ ਔਰ ਉਹਦੇ ਵਿੱਚ ਰਹਿਣ ਵਾਲੇ ਹਰ ਇੱਕ ਉਸ ਸਿਟੀਜ਼ਨ ਦਾ ਕਸੂਰ ਹੈ ਜਿਨ੍ਹੇ ਕਿ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਹੀਂ ਸਾਂਭੀ। ਰਿਸਪੌਂਸਿਬਲ ਕੈਨੇਡੀਅਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇੱਕ ਉਹ ਸ਼ਬਦ ਜਿਹਦੇ ਕਾਰਨ ਅਸੀਂ ਕੈਨੇਡਾ ਆਏ ਸੀਗੇ, ਸਾਨੂੰ ਸਾਰਿਆਂ ਨੂੰ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਬੜੀ ਵਧੀਆ ਰੋਟੀ ਮਿਲਦੀ ਹੈ, ਬਹੁਤ ਲੋਕ ਇੱਥੇ ਜਿਹੜੇ ਆਏ ਆ ਉਹ ਚੰਗੀਆਂ ਨੌਕਰੀਆਂ ਵੀ ਕਰਦੇ ਸੀਗੇ, ਮਗਰ ਉੱਥੇ ਇੱਕ ਹੀ ਚੀਜ਼ ਦੀ ਕਮੀ ਸੀਗੀ ਔਰ ਉਹ ਚੀਜ਼ ਸੀਗੀ ਸਿਸਟਮ। ਅਸੀਂ ਇੱਕ ਸਿਸਟਮ ਵਾਸਤੇ ਕੈਨੇਡਾ ਆਪਣਾ ਦੇਸ਼ ਚੁਣਿਆ ਔਰ ਇੱਥੇ ਦੇ ਇੱਕ ਪ੍ਰਾਊਡ ਕੈਨੇਡੀਅਨ ਜਿਹੜੇ ਆ ਬਣੇ। ਜਦੋਂ ਸਾਡੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼ ਹੋਈਆਂ ਉਹਦਾ ਟੈਸਟ ਦੇਣ ਵਾਸਤੇ ਹਰੇਕ ਨੇ ਕੁਛ ਨਾ ਕੁਛ ਯਾਦ ਕੀਤਾ, ਕੁਛ ਨਾ ਕੁਛ ਤਿਆਰੀ ਕੀਤੀ ਔਰ ਬੜੇ ਪ੍ਰਾਊਡਲੀ ਅਸੀਂ ਆਪਣਾ ਸਿਟੀਜ਼ਨਸ਼ਿਪ ਸਰਟੀਫਿਕੇਟ ਜਿਹੜਾ ਉਹ ਵਿਖਾਇਆ ਔਰ ਇੱਕ ਕੈਨੇਡੀਅਨ ਬਣੇ। ਕੀ ਅਸੀਂ ਉਸ ਦਿਨ ਤੋਂ ਬਾਅਦ ਜ਼ਿੰਮੇਵਾਰ ਕੈਨੇਡੀਅਨ ਹਾਂ? ਕੀ ਅਸੀਂ ਵਾਕਿਆ ਹੀ ਉਸ ਸਿਸਟਮ ਨੂੰ ਪ੍ਰੋਟੈਕਟ ਕਰ ਰਹੇ ਹਾਂ ਜਿਹਦੇ ਵਿੱਚ ਸ਼ਾਇਦ ਉਹ 1% ਜਾਂ ਉਹ ਇੱਕ ਕੈਂਸਰ ਦਾ ਸੈੱਲ ਜਿਹੜਾ ਆ ਉਹ ਸਾਡੇ ਸਾਰੇ ਹੀ ਭਾਈਚਾਰੇ ਨੂੰ ਦਾਗ ਲਾ ਰਿਹਾ, ਸਾਡੇ ਸਾਰੇ ਹੀ ਭਾਈਚਾਰੇ ਨੂੰ ਇੱਕ ਐਸਾ ਚਿਹਰਾ ਦੇ ਰਿਹਾ ਜਿਹਨੂੰ ਵੇਖ ਕੇ ਸਿਰਫ ਕੈਨੇਡੀਅਨ ਹੀ ਨਹੀਂ, ਕੈਨੇਡੀਅਨ ਮੂਲ ਦੇ ਵਾਈਟ ਲੋਕ ਹੀ ਨਹੀਂ, ਇੱਥੋਂ ਤੱਕ ਹਾਲਤ ਪਹੁੰਚ ਰਹੀ ਹੈ ਕਿ ਜਿਹੜੇ ਸਾਡੇ ਭਾਈਚਾਰੇ ਦੇ ਲੋਕ GTA ਦੇ ਬਾਹਰ ਰਹਿੰਦੇ ਆ, ਕਿਚਨਰ ਰਹਿੰਦੇ ਆ, ਗੋਲਫ 'ਚ ਰਹਿੰਦੇ ਆ, ਹੋਰਨਾਂ ਥਾਵਾਂ 'ਤੇ ਰਹਿੰਦੇ ਆ, ਉਹ ਵੀ ਪਸੰਦ ਨਹੀਂ ਕਰਦੇ ਕਿ ਜਦੋਂ GTA ਦੇ ਲੋਕ ਜਿਹੜੇ ਆ, ਸਾਡੇ ਮੂਲ ਦੇ ਲੋਕ ਜਿਹੜੇ ਆ, ਉਹਨਾਂ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਕਰਦੇ ਨੇ, ਕਾਲਰਸ ਕਾਲ ਕਰਦੇ ਨੇ ਔਰ ਸ਼ਰੇਆਮ ਇਹ ਕਹਿੰਦੇ ਨੇ ਕਿ ਸਾਡਾ ਕਿਚਨਰ, ਸਾਡਾ ਲੰਡਨ, ਸਾਡਾ ਗੋਲਫ ਬਹੁਤ ਵਧੀਆ ਹੈ, ਅਸੀਂ ਬੜੇ ਆਰਾਮ ਨਾਲ ਰਹਿ ਰਹੇ ਹਾਂ। ਤੁਹਾਡੇ ਲੋਕ GTA ਦੇ ਰਹਿਣ ਵਾਲੇ ਲੋਕਾਂ ਨੂੰ, ਬਰੈਂਪਟਨ ਦੇ ਰਹਿਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਐਡਰੈਸ ਕੀਤਾ ਜਾਂਦਾ ਹੈ ਕਿ ਜਿਵੇਂ ਇਹ ਬਾਰਡਰ ਦੇ ਪਾਰ ਨੇ। ਸਾਡਾ ਹੀ ਭਾਈਚਾਰਾ ਅਗਰ ਸਾਨੂੰ ਦੂਸਰੇ ਸ਼ਹਿਰਾਂ ਦੇ ਵਿੱਚ ਐਕਸੈਪਟ ਕਰਨ ਨੂੰ ਡਰਦਾ, ਇਸ ਡਰ ਦੇ ਨਾਲ ਕਿ ਇੱਥੇ ਆ ਕੇ ਵੀ ਸ਼ਾਇਦ GTA ਦੇ ਲੋਕ ਜਿਹੜੇ ਆ, ਸਾਡੇ ਮੂਲ ਦੇ ਲੋਕ ਜਿਹੜੇ ਆ, ਉਹ ਉੱਥੋਂ ਦਾ ਇੱਕ ਸਿਸਟਮ ਜਿਹੜਾ ਆ ਉਹਨੂੰ ਖਰਾਬ ਕਰਨਗੇ, ਅਤੇ ਸਾਨੂੰ ਇਹਦੇ ਵਿੱਚ ਕੋਈ ਮਾਣ ਮਹਿਸੂਸ ਕਰਨ ਵਾਲੀ ਗੱਲ ਨਹੀਂ ਹੈ, ਬੜੀ ਸ਼ਰਮ ਵਾਲੀ ਗੱਲ ਹੈ। ਗੱਲ ਸ਼ੁਰੂ ਹੋਈ ਸੀਗੀ ਪੋਲੀਟਿਕਸ ਤੋਂ, ਗੱਲ ਸ਼ੁਰੂ ਹੋਈ ਸੀਗੀ ਕਿਸੇ ਬਿੱਲਾਂ ਤੋਂ, ਮਗਰ ਅੱਜ ਦੇ ਦਿਨ 'ਚ ਹਾਲਾਤ ਇਹ ਨੇ ਕਿ ਅੱਜ ਅਸੀਂ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ, ਅੱਜ ਇੱਕ ਦੂਸਰੇ ਤੋਂ ਵੱਡੇ ਵਿਖਾਉਣ ਵਾਸਤੇ ਅਸੀਂ ਉਹਦੀ ਦੌੜ ਵਿੱਚ ਲੱਗ ਗਏ ਹਾਂ। ਜਦੋਂ ਕਿਸਾਨ ਬਿੱਲ ਦੀ ਅਗੇਂਸਟ ਫਾਰਮਰ ਪ੍ਰੋਟੈਸਟ ਹੁੰਦਾ ਹੈ ਅਤੇ 26 ਜਨਵਰੀ ਤੋਂ ਪਹਿਲਾਂ ਤੱਕ ਇੱਥੇ ਅਸੀਂ ਜੋਸ਼ ਦੇ ਨਾਲ ਸਪੋਰਟ ਕਰਦੇ ਹਾਂ। ਜਦੋਂ ਫਾਰਮਰਸ ਲੀਡਰਸ ਜਿਹੜੇ ਆ ਉਹ ਇਹ ਅਨਾਊਂਸਮੈਂਟ ਕਰ ਦਿੰਦੇ ਆ ਕਿ 26 ਜਨਵਰੀ ਨੂੰ ਜਿੰਨੇ ਵੀ ਪ੍ਰੋਟੈਸਟ ਕਰਨਾ ਹੈ ਉਹ ਤਿਰੰਗੇ ਝੰਡੇ ਦੇ ਨਾਲ ਕਰੇ, ਨੈਸ਼ਨਲ ਫਲੈਗ ਦੇ ਨਾਲ ਕਰੇ, ਚਾਹੇ ਉਹ ਇੰਡੀਆ ਤੋਂ ਬਾਹਰ ਕਿਤੇ ਵੀ ਹੈ, ਅਤੇ ਇਸੇ ਹੀ ਸ਼ਹਿਰ ਦੇ ਵਿੱਚ, ਇਸੇ ਹੀ ਏਰੀਆ ਦੇ ਵਿੱਚ ਜੋਸ਼ ਘੱਟ ਨਜ਼ਰ ਆਉਂਦਾ। ਕੋਈ ਰੈਲੀ ਨਹੀਂ ਹੁੰਦੀ ਮੇਜਰ, ਕਿਉਂਕਿ ਕਿਸਾਨ ਲੀਡਰਸ ਨੇ ਕਹਿ ਦਿੱਤਾ ਕਿ ਨੈਸ਼ਨਲ ਫਲੈਗ ਜਿਹੜਾ ਆ, ਤਿਰੰਗਾ ਝੰਡਾ ਆ, ਉਹਨੂੰ ਲੈ ਕੇ ਸਾਨੂੰ ਰੈਲੀ ਕਰਨੀ ਚਾਹੀਦੀ ਹੈ। ਕੀ ਵਜ੍ਹਾ ਹੈ? ਕੀ ਐਸੀ ਸੋਚ ਹੈ, ਕੀ ਐਸਾ ਕੈਂਸਰ ਹੈ ਜਿਹੜਾ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ, ਦਿਮਾਗ ਨੂੰ ਖਾ ਰਿਹਾ? ਕੀ ਪ੍ਰੂਵ ਕਰਨਾ ਚਾਹੁੰਦੇ ਹਾਂ ਅਸੀਂ? ਕੀ ਅਸੀਂ ਵਾਕਿਆ ਕਿਸਾਨਾਂ ਦੇ ਨਾਲ ਆ, ਜਾਂ ਅਸੀਂ ਕਿਸੇ ਐਂਟੀ ਇੱਕ ਗੌਰਮੈਂਟ ਆ, ਜਾਂ ਐਂਟੀ ਇੱਕ ਕੰਟਰੀ ਆ? ਸੋਚਣ ਦੀ ਲੋੜ ਇਹ ਹੈ ਕਿ ਸਾਡੇ ਪੋਲੀਟੀਸ਼ੀਅਨ ਜਿਹੜੇ ਨੇ ਉਹ ਸਾਨੂੰ ਸਹੀ ਸੇਧ ਦੇ ਰਹੇ ਨੇ? ਕੀ ਸਾਡੇ ਕਮਿਊਨਿਟੀ ਲੀਡਰਸ ਜਿਹੜੇ ਨੇ ਉਹ ਸਾਨੂੰ ਸਹੀ ਸੇਧ ਦੇ ਰਹੇ ਨੇ? ਕਿ ਸ਼ਾਇਦ ਉਹ ਉਹੋ ਹੀ ਗੱਲ ਕਰਨਾ ਚਾਹੁੰਦੇ ਨੇ ਜੋ ਸਾਡੇ ਕੰਨਾਂ ਨੂੰ ਚੰਗੀ ਲੱਗਦੀ ਹੈ? ਕਿਤੇ ਨਾ ਕਿਤੇ ਅਸੀਂ ਪੋਲੀਟੀਸ਼ੀਅਨਸ ਨੂੰ ਲੀਡਰ ਸਮਝ ਬੈਠੇ ਹਾਂ, ਜਦ ਕਿ ਲੀਡਰ ਉਹ ਨੇ ਜਿਹੜੇ ਸੇਧ ਦਿੰਦੇ ਨੇ, ਲੀਡਰ ਉਹ ਨੇ ਜਿਹੜੇ ਆਪਣੀ ਕਮਿਊਨਿਟੀ ਲਈ ਸਹੀ ਦਿਸ਼ਾ ਦਿੰਦੇ ਨੇ ਔਰ ਕਮਿਊਨਿਟੀ ਦੇ ਬੈਨੀਫਿਟ ਲਈ, ਕਮਿਊਨਿਟੀ ਦੇ ਆਉਣ ਵਾਲੇ ਭਵਿੱਖ ਲਈ ਉਹ ਆਪਣਾ ਆਪ ਕੁਰਬਾਨ ਕਰਦੇ ਨੇ। ਲੀਡਰ ਸੀਗੇ ਨੈਲਸਨ ਮੰਡੇਲਾ ਵਰਗੇ, ਲੀਡਰ ਸੀਗੇ ਸੁਭਾਸ਼ ਚੰਦਰ ਬੋਸ ਵਰਗੇ,
ਲੀਡਰ ਸੀਗੇ ਸ਼ਹੀਦ ਭਗਤ ਸਿੰਘ ਵਰਗੇ, ਮਹਾਤਮਾ ਗਾਂਧੀ ਵਰਗੇ, ਮਗਰ ਸ਼ਾਇਦ ਕਿਤੇ ਨਾ ਕਿਤੇ ਅਸੀਂ ਲੀਡਰ ਜਿਹੜੇ ਆ ਉਹਨਾਂ ਨੂੰ, ਪੋਲੀਟੀਸ਼ੀਅਨਸ ਨੂੰ ਲੀਡਰ ਸਮਝਣਾ ਸ਼ੁਰੂ ਕਰਤਾ। ਪੋਲੀਟੀਸ਼ੀਅਨਸ ਸ਼ੁਰੂ ਤੋਂ ਸਾਨੂੰ ਉਹ ਚੀਜ਼ ਸੁਣਾਉਂਦੇ ਆ ਜੋ ਅਸੀਂ ਸੁਣਨਾ ਪਸੰਦ ਕਰਦੇ ਹਾਂ, ਮੈਜੋਰਿਟੀ ਸੁਣਨਾ ਪਸੰਦ ਕਰਦੀ ਹੈ। ਕੀ ਅਸੀਂ ਅੱਜ ਇੱਕ ਦੂਜੇ ਦੀ ਰਾਏ ਦੀ ਇੱਜ਼ਤ ਕਰਨੀ? ਹਰ ਇਨਸਾਨ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਦੀ ਗੱਲ ਕਰਦਾ, ਫਰੀडम ਆਫ ਸਪੀਚ ਦੀ ਗੱਲ ਕਰਦਾ। ਉਦੋਂ ਫਰੀडम ਆਫ ਸਪੀਚ ਜਿਹੜੀ ਹੈ ਕਿੱਥੇ ਜਾਂਦੀ ਹੈ? ਜਦੋਂ ਕੋਈ ਵੀ ਭਾਈਚਾਰਾ ਆਪਣੀ ਮਰਜ਼ੀ ਨਾਲ ਆਪਣਾ ਇੱਕ ਰਾਏ ਪ੍ਰੈਜ਼ੈਂਟ ਕਰਦਾ। ਅਗਰ ਇੱਕ ਰੈਲੀ ਹੁੰਦੀ ਹੈ ਉਹ ਹੱਕ ਹੈ, ਅਗਰ ਦੂਸਰੀ ਰੈਲੀ ਹੁੰਦੀ ਹੈ ਉਹਦਾ ਹੱਕ ਨਹੀਂ ਹੈ, ਤੀਸਰੀ ਰੈਲੀ ਹੁੰਦੀ ਹੈ ਉਹਦਾ ਫਿਰ ਹੱਕ ਹੈ। ਕਿਉਂ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ? ਕੀ ਅਸੀਂ ਵਾਕਿਆ ਹੀ ਸੋ ਕਾਲਡ ਫਾਰਮਰਸ ਪ੍ਰੋਟੈਸਟ ਦੀ ਸਪੋਰਟ ਕਰ ਰਹੇ ਹਾਂ? ਕੀ ਅਸੀਂ ਵਾਕਿਆ ਹੀ ਬਹੁਤ ਮਾਣ ਨਾਲ ਅਸੀਂ ਸਿੱਖਾਂ ਦੀ ਸ਼ਹੀਦੀਆਂ ਦੀ ਗੱਲ ਕਰ ਰਹੇ ਹਾਂ? ਔਰ ਬੜਾ ਅਫਸੋਸ ਹੁੰਦਾ ਹੈ ਕਿ ਜਿਹੜੇ ਲੋਕ ਸਿੱਖਾਂ ਦੀ ਸ਼ਹੀਦੀ ਦੀ ਗੱਲ ਕਰਦੇ ਨੇ ਉਹ ਸ਼ਾਇਦ ਸਿੱਖੀ ਸਿਧਾਂਤ ਹੀ ਭੁੱਲ ਚੁੱਕੇ ਨੇ। ਅਸੀਂ ਦੂਸਰੇ ਧਰਮਾਂ ਦੇ ਉੱਤੇ ਗੱਲ ਨਹੀਂ ਕਰ ਰਹੇ। ਸਾਡਾ ਆਪਣਾ ਫਰਜ਼ ਹੈ ਕਿ ਅਸੀਂ ਆਪਣੇ ਧਰਮ ਉੱਤੇ ਫੋਲੋ ਕਰੀਏ। ਜਿਹਦਾ ਜਿਹੜਾ ਧਰਮ ਹੈ ਅਗਰ ਉਹ ਫੋਲੋ ਕਰਦਾ ਹੈ, ਅਵਲ ਅੱਲਾ ਨੂਰ ਪਾਏ ਕੁਦਰਤ ਦੇ ਸਭ ਬੰਦੇ, ਇਹ ਸਿਧਾਂਤ ਸਿੱਖੀ ਦਾ ਸਿਧਾਂਤ, ਇਹਨੂੰ ਅਗਰ ਅਸੀਂ ਫੋਲੋ ਕਰਦੇ ਹਾਂ, ਹਿੰਦੂ ਆਪਣਾ ਹਿੰਦੂਇਜ਼ਮ ਫੋਲੋ ਕਰਦੇ ਆ, ਮੁਸਲਮਾਨ ਸੱਚੇ ਮੁਸਲਮਾਨ ਬਣਦੇ ਆ, ਅਤੇ ਓਵਰਆਲ ਸਾਰੀ ਹੀ ਕਮਿਊਨਿਟੀ ਜਿਹੜੀ ਆ ਵਧੀਆ ਰਹੇਗੀ। ਇਸ ਵੇਲੇ ਸਾਡੀ ਲੜਾਈ ਇਸ ਚੀਜ਼ ਦੀ ਹੋ ਰਹੀ ਹੈ ਕਿ ਸਿੱਖ ਵਧੀਆ ਹੈ ਕਿ ਹਿੰਦੂ ਵਧੀਆ ਹੈ, ਪੰਜਾਬੀ ਵਧੀਆ ਹੈ ਕਿ ਹਰਿਆਣਵੀ ਵਧੀਆ ਆ। ਸ਼ਾਇਦ ਇਸ ਗੱਲ ਪਿੱਛੇ ਲੱਗ ਕੇ ਅਸੀਂ ਇਹੀ ਭੁੱਲ ਚੁੱਕੇ ਹਾਂ ਕਿ ਅਸੀਂ ਪਹਿਲਾਂ ਕੈਨੇਡੀਅਨ ਹਾਂ। ਅਸੀਂ ਸ਼ਾਇਦ ਇਹੀ ਚੀਜ਼ ਭੁੱਲ ਚੁੱਕੇ ਹਾਂ ਕਿ ਗੌਰਮੈਂਟ ਚਾਹੇ ਕਾਂਗਰਸ ਦੀ ਹੋਏ ਚਾਹੇ BJP ਦੀ ਹੋਏ, ਕੋਈ ਵੀ ਬਿੱਲ ਆਏ ਜਾਂ ਨਾ ਆਏ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਸਾਡਾ ਭਾਈਚਾਰਾ। ਜਿਹੜੇ ਦੇਸ਼ 'ਚ ਅਸੀਂ ਆਏ ਹਾਂ, ਜਿਹਦੇ ਅਸੀਂ ਪ੍ਰਾਊਡ ਕੈਨੇਡੀਅਨ ਹੈ, ਉਸ ਦੇਸ਼ ਦੇ ਨਾਲ ਅਸੀਂ ਆਪਣਾ ਕਰਤੱਵ, ਆਪਣਾ ਡਿਊਟੀ ਨਿਭਾ ਰਹੇ ਹਾਂ ਜਾਂ ਨਹੀਂ ਨਿਭਾ ਰਹੇ। ਸਵਾਲ ਇੱਥੇ ਆਉਂਦਾ ਕਿ ਕੀ ਬਿੱਲ ਵਾਪਸ ਜਾਣ ਦੇ ਬਾਅਦ ਜਾਂ ਵਾਪਸ ਨਾ ਜਾਣ ਦੇ ਬਾਅਦ ਕੀ ਅਸੀਂ ਆਪਸ 'ਚ ਜਿਹੜਾ ਇੰਨਾ ਵਧੀਆ ਭਾਈਚਾਰਾ ਬਣਾਇਆ ਉਹਨੂੰ ਖ਼ਤਮ ਕਰ ਦਾਂਗੇ ਜਾਂ ਉਹਨੂੰ ਖ਼ਤਮ ਹੋਣ ਦੇਵਾਂਗੇ? ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਇਸ ਡਿਵੀਜ਼ਨ ਦਾ ਫਾਇਦਾ ਹੋ ਰਿਹਾ? ਇਹ ਕੌਣ ਲੋਕ ਨੇ ਜਿਹੜਾ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਚੱਕਰ 'ਚ ਸਾਡਾ ਸਾਰਿਆਂ ਦਾ ਬੇਵਕੂਫ ਬਣਾ ਰਹੇ ਨੇ? ਕੋਈ ਸੱਚਾ ਸਿੱਖ ਉਹ ਵੱਖਵਾਦ ਸੋਚ ਨਹੀਂ ਰੱਖਦਾ, ਕੋਈ ਸੱਚਾ ਹਿੰਦੂ ਵੱਖਵਾਦ ਸੋਚ ਨਹੀਂ ਰੱਖਦਾ। ਅਤੇ ਕਿਉਂ ਅਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਇਸ ਵੇਲੇ ਵਨ ਅਪ ਸ਼ੋਅ ਕਰਨ ਦੇ ਚੱਕਰ 'ਚ ਦੌੜ ਲਾ ਰਹੇ ਹਾਂ? ਔਰ ਬਹੁਤ ਘੱਟ ਉਹ ਲੋਕ ਨੇ ਜਿਹੜਾ ਇਹਦਾ ਐਡਵਾਂਟੇਜ ਲੈ ਰਹੇ ਨੇ। ਕਿਉਂ ਸਿਰਫ ਇੱਕ MPP ਅਮਰਜੋਤ ਸੰਧੂ, ਸਿਰਫ ਇੱਕ ਹੀ ਪੋਲੀਟੀਸ਼ੀਅਨ ਸਾਡੇ ਏਰੀਏ 'ਚ ਕਿਉਂ ਜਿਹੜੀ ਵਾਇਲੈਂਸ ਹੋਈ ਹੈ 28 ਫਰਵਰੀ ਨੂੰ ਉਹਦੇ ਬਾਰੇ ਟਵੀਟ ਕਰਦਾ ਔਰ ਉਹਨੂੰ ਕੰਡੈਮ ਕਰਦਾ? ਕਿਉਂ ਨਹੀਂ ਬਾਕੀ ਪੋਲੀਟੀਸ਼ੀਅਨ ਜਿਹੜੇ ਨੇ ਉਹ ਇਸ ਚੀਜ਼ ਨੂੰ ਓਪਨਲੀ ਕੰਡੈਮ ਕਰਦੇ? ਕੀ ਵਜ੍ਹਾ ਹੈ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਭਾਈਚਾਰੇ ਦੇ ਹਾਂ, ਇਸ ਕਰਕੇ ਅਸੀਂ ਕਿਸੇ ਚੀਜ਼ ਨੂੰ ਕੰਡੈਮ ਨਹੀਂ ਕਰ ਸਕਦੇ, ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਸਹੀ ਨੂੰ ਸਹੀ ਨਹੀਂ ਕਹਿ ਸਕਦੇ? ਕਿਹੜੇ ਸਿੱਖੀ ਸਿਧਾਂਤਾਂ ਦੇ ਵਿੱਚ ਇਹ ਲਿਖਿਆ ਹੈ ਕਿ ਅਗਰ ਕੋਈ ਔਰਤ ਹੋਏ, ਕਿਸੇ ਵੀ ਧਰਮ ਦੀ ਹੋਏ, ਉਹਦੇ ਨਾਲ ਬਦਤਮੀਜ਼ੀ ਹੁੰਦੀ ਹੈ ਅਤੇ ਤੁਸੀਂ ਇੱਕ ਸੱਚੇ ਸਿੱਖ ਹੋ? ਇਹ ਕਿਹੜਾ ਸਿੱਖੀ ਸਿਧਾਂਤ ਹੈ? ਕਿਹੜਾ ਸਿੱਖੀ ਸਿਧਾਂਤ ਹੈ ਕਿ ਜਿੱਥੇ ਤੁਸੀਂ ਗਾਲਾਂ ਕੱਢਦੇ ਹੋ? ਕਿਹੜਾ ਸਿੱਖੀ ਸਿਧਾਂਤ ਹੈ ਕਿ ਜਿੱਥੇ ਤੁਸੀਂ ਦੂਸਰੇ ਧਰਮ ਦੇ ਬਾਰੇ ਮਾੜਾ ਕਹਿੰਦੇ ਹੋ? ਚਾਹੇ ਉਹ ਹਿੰਦੂ ਕਰ ਰਿਹਾ, ਚਾਹੇ ਉਹ ਸਿੱਖ ਕਰ ਰਿਹਾ, ਚਾਹੇ ਮੁਸਲਮਾਨ ਕਰ ਰਿਹਾ, ਜੋ ਵੀ ਕਰ ਰਿਹਾ, ਨਾ ਉਹ ਸੱਚਾ ਸਿੱਖ ਹੈ, ਨਾ ਸੱਚਾ ਹਿੰਦੂ ਹੈ, ਨਾ ਉਹ ਸੱਚਾ ਮੁਸਲਮਾਨ ਹੈ। ਅਤੇ ਫਿਰ ਇਹਦੇ ਵਿੱਚ ਮਾਣ ਵਾਲੀ ਕਿਹੜੀ ਚੀਜ਼ ਹੈ? ਕੀ ਕਿਸੇ ਨੂੰ ਗਾਲਾਂ ਕੱਢ ਕੇ, ਕਿ ਕਿਸੇ ਨੂੰ ਤੁਸੀਂ ਕਿਸੇ ਦਾ ਧਰਮ ਬਾਰੇ, ਕਿਸੇ ਔਰਤ ਦੀ ਬੇਇੱਜ਼ਤੀ ਕਰਕੇ ਜਾਂ ਤੁਸੀਂ ਇਨਸਲਟ ਕਰਕੇ, ਕੀ ਤੁਸੀਂ ਆਪਣੀ ਮਰਦਾਨਗੀ ਜਿਹੜੀ ਆ ਕੀ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਇਹ ਤੁਸੀਂ ਸਿੱਖ ਹੋ? ਸ਼ਾਇਦ ਸਾਨੂੰ ਅੱਜ ਲੋੜ ਹੈ ਕਿ ਸਿੱਖਾਂ ਨੂੰ
ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਲੋੜ ਹੈ, ਉਹਦੇ ਸਿਧਾਂਤ ਸਿੱਖਣ ਦੀ ਲੋੜ ਹੈ। ਜੇ ਕੋਈ ਐਸਾ ਹਿੰਦੂ ਹੈ ਜੋ ਵਾਇਲੈਂਸ ਬਿਲੀਵ ਕਰਦਾ ਹੈ, ਵੱਖਵਾਦ 'ਚ ਬਿਲੀਵ ਕਰਦਾ ਹੈ, ਤਾਂ ਉਹਨੂੰ ਗੀਤਾ ਰਾਮਾਇਣ ਪੜ੍ਹਨ ਦੀ ਲੋੜ ਹੈ। ਜੇ ਕੋਈ ਮੁਸਲਮਾਨ ਵੱਖਵਾਦ ਦੀ ਸੋਚ ਕਰਦਾ ਤਾਂ ਉਹਨੂੰ ਵਾਕਿਆ ਹੀ ਸੱਚਾ ਮੁਸਲਮਾਨ ਜਿਹੜਾ ਉਹਦੀ ਡੈਫੀਨੇਸ਼ਨ ਜਿਹੜੀ ਆ ਉਹ ਕੁਰਾਨ ਸ਼ਰੀਫ ਦੁਬਾਰਾ ਪੜ੍ਹਨ ਦੀ ਲੋੜ ਹੈ। ਅੱਜ ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ। ਸਾਨੂੰ ਲੋੜ ਹੈ ਕਿ ਅਸੀਂ ਕਿਸੇ ਵੀ ਪਾਰਟੀ ਦੇ ਪਿੱਛੇ ਲੱਗ ਕੇ, ਕਿਸੇ ਵੀ ਮੁੱਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਇੰਨੇ ਵੱਖਰੇ ਨਾ ਕਰ ਲਈਏ ਕਿ ਸ਼ਾਇਦ ਉਹਦੇ ਬਾਅਦ ਜੋੜਨਾ ਮੁਸ਼ਕਿਲ ਹੋ ਜਾਏ। ਹਾਲਾਤ ਐਸੇ ਆ ਚੁੱਕੇ ਨੇ, ਔਰ ਮੈਂ ਇੱਕ ਪਰਸਨਲ ਉਦਾਹਰਨ ਦੇ ਤੌਰ 'ਤੇ ਉਹ ਦੇਣਾ ਚਾਹੁੰਦਾ ਕਿ 6ਵੀਂ ਕਲਾਸ ਦਾ ਇੱਕ ਸਾਡਾ ਸਿੱਖ ਭਾਈਚਾਰੇ ਦਾ ਛੋਟਾ ਬੱਚਾ, ਇਨੋਸੈਂਟ ਬੱਚਾ, ਜਦੋਂ ਮੇਰੇ ਨਾਲ ਇੰਟਰੈਕਟ ਕਰਦਾ ਇੱਕ ਐਸੀ ਮੇਰੀ ਡਿਊਟੀ ਦੇ ਦੌਰਾਨ ਜਿੱਥੇ ਉਹਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਭਾਰਤੀ ਸੈਨਾ ਦੇ ਵਿੱਚ ਨੌਕਰੀ ਕੀਤੀ ਹੈ, ਉਹ ਇੱਕ ਰਿਐਕਸ਼ਨ ਦਿੰਦਾ ਮੇਰੇ ਮੂੰਹ ਦੇ ਉੱਤੇ, ਔਰ ਉਹ ਕਹਿੰਦਾ ਆਈ ਹੇਟ ਇੰਡੀਅਨ ਆਰਮੀ। ਔਰ ਉਹ ਬੱਚੇ ਦੀ ਗੱਲ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ ਕਿ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਸ਼ਾਇਦ ਅਜੇ ਜ਼ਿੰਦਗੀ ਦਾ ਮਤਲਬ ਹੀ ਸਮਝ ਨਹੀਂ ਆਇਆ, ਉਹ ਬੱਚਾ ਇਹ ਕਹਿ ਰਿਹਾ ਆਈ ਹੇਟ ਇੰਡੀਅਨ ਆਰਮੀ। ਔਰ ਜਦੋਂ ਪੁੱਛਿਆ ਜਾਂਦਾ ਕਿ ਬੇਟਾ ਤੁਸੀਂ ਕਦੀ ਇੰਡੀਆ ਗਏ ਹੋ, ਕਹਿੰਦਾ ਨੋ। ਤੁਸੀਂ ਕਦੀ ਇੰਡੀਅਨ ਆਰਮੀ ਨੂੰ ਮਿਲੇ ਹੋ, ਕਹਿੰਦਾ ਨੋ। ਔਰ ਉਹ ਪੁੱਛਣ 'ਤੇ ਕਿ ਬੇਟਾ ਕੀ ਵਜ੍ਹਾ ਹੈ, ਵਾਈ ਡੂ ਯੂ ਹੇਟ, ਕਹਿੰਦਾ ਦੇ ਕਿਲਡ ਅਸ। ਮੈਂ ਹੈਰਾਨ ਹਾਂ ਕਿ ਅਗਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਐਸਾ ਇੱਕ ਜ਼ਹਿਰ, ਐਸਾ ਇੱਕ ਕੜੱਤਨ ਜਿਹੜੀ ਆ ਉਹ ਦੇਣ ਜਾ ਰਹੇ ਹਾਂ, ਅਸੀਂ ਆਪਣੇ ਘਰਾਂ ਦੇ ਵਿੱਚ ਨਫ਼ਰਤ ਜਿਹੜੀ ਆ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਚਾਹੇ ਅਸੀਂ ਕਿਸੇ ਧਰਮ ਦੇ ਖਿਲਾਫ ਦੇ ਰਹੇ ਹਾਂ, ਚਾਹੇ ਕਿਸੇ ਕਮਿਊਨਿਟੀ ਦੇ ਖਿਲਾਫ ਦੇ ਰਹੇ ਹਾਂ, ਚਾਹੇ ਕਿਸੇ ਰੀਤੀ ਰਿਵਾਜ ਦੇ ਖਿਲਾਫ ਦੇ ਰਹੇ ਹਾਂ, ਤੇ ਸ਼ਾਇਦ ਅਸੀਂ ਚੰਗਾ ਨਹੀਂ ਕਰ ਰਹੇ। ਇਹ ਬੱਚੇ ਜਿਹੜੇ ਅੱਜ ਇੱਥੇ ਜੰਮੇ ਉੱਗੇ ਨੇ, ਇਹ ਇਨੋਸੈਂਟ ਬੱਚੇ ਨੇ, ਔਰ ਇਹਨਾਂ ਦੇ ਉੱਤੇ ਐਸੀ ਕੜੱਤਨ ਜਿਹੜੀ ਆ ਉਹਦਾ ਬਹੁਤ ਭੈੜਾ ਅਸਰ ਹੁੰਦਾ। ਅਗਰ 6th ਕਲਾਸ ਦਾ ਬੱਚਾ, ਛੋਟਾ ਬੱਚਾ ਜਿਹਨੇ ਕਦੀ ਇੰਡੀਆ ਨਹੀਂ ਵੇਖਿਆ, ਜਿਹਨੇ ਕਦੀ ਇੰਡੀਅਨ ਆਰਮੀ ਨਹੀਂ ਵੇਖੀ, ਉਹ ਬੱਚਾ ਜਿਹੜਾ ਆ ਉਹਨੂੰ ਇੰਨੀ ਨਫ਼ਰਤ ਹੈ, ਤੇ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹਦੇ ਘਰ 'ਚ ਕੈਸੀਆਂ ਗੱਲਾਂ ਹੁੰਦੀਆਂ ਹੋਣਗੀਆਂ। ਕੀ ਉਸ ਬੱਚੇ ਦਾ ਅਸੀਂ ਫਿਊਚਰ ਸਹੀ ਕਰ ਰਹੇ ਹਾਂ? ਕੀ ਉਹ ਵੱਡਾ ਹੋ ਕੇ ਇੱਕ ਸੱਚਾ ਸਹੀ ਕੈਨੇਡੀਅਨ ਬਣੇਗਾ? ਅੱਜ ਅਸੀਂ ਬੜੇ ਮਾਣ ਨਾਲ ਥਿਊਰੀ ਦੇ ਵਿੱਚ ਬਹੁਤ ਜਗ੍ਹਾ 'ਤੇ ਮਲਟੀਕਲਚਰਲਿਜ਼ਮ, ਮਲਟੀ ਲੈਂਗੁਏਜ, ਕੈਨੇਡਾ ਦੇ ਸ਼ਾਨ ਦੀ ਗੱਲ ਕਰਦੇ ਹਾਂ। ਹਰ ਪੋਲੀਟੀਸ਼ੀਅਨ ਜਿਹੜਾ ਆ ਉਹ ਇਸ ਚੀਜ਼ ਬਾਰੇ ਗੱਲ ਕਰਦਾ ਹੈ ਕਿ ਕੈਨੇਡਾ ਜਿਹੜਾ ਜੀ ਉਹ ਮਲਟੀਕਲਚਰਲ ਕੰਟਰੀ ਹੈ। ਸਵਾਲ ਉਹਨਾਂ ਪੋਲੀਟੀਸ਼ੀਅਨਸ ਨੂੰ ਹੀ ਹੈ ਜਿਹੜੇ ਉਸ ਟਾਈਮ ਮੂੰਹ ਬੰਦ ਕਰ ਲੈਂਦੇ ਨੇ ਜਦੋਂ ਕਿਸੇ ਇੱਕ ਭਾਈਚਾਰੇ ਦੇ ਨਾਲ ਨਜਾਇਜ਼ ਹੁੰਦੀ ਹੈ, ਔਰ ਦੂਸਰੇ ਭਾਈਚਾਰੇ ਨਾਲ ਜਦੋਂ ਕੋਈ ਚੀਜ਼ ਹੁੰਦੀ ਹੈ ਉਦੋਂ ਉਹ ਖੁੱਲ੍ਹ ਕੇ ਓਪਨਲੀ ਇਕੱਠੇ ਹੋ ਜਾਂਦੇ ਨੇ। ਇਹ ਸਾਡਾ ਵਾਕਿਆ ਹੀ ਜਦੋਂ ਉਹ ਅਨਾਊਂਸਮੈਂਟ ਕਰਦੇ ਨੇ ਕਿ ਅਸੀਂ ਮਲਟੀਕਲਚਰਲਿਜ਼ਮ ਦੀ ਉਹ ਗੱਲ ਕਰਦੇ ਆ, ਕੀ ਸਾਡਾ ਐਜ਼ ਕੈਨੇਡੀਅਨਸ ਉਹਨਾਂ ਨੂੰ ਸਵਾਲ ਕਰਨਾ ਬਣਦਾ ਕਿ ਤੁਸੀਂ ਆਪ ਕਲੀਅਰਲੀ ਵੱਖਵਾਦ ਸ਼ੋਅ ਕਰਦੇ ਹੋ, ਤੁਸੀਂ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਨਹੀਂ ਕਹਿ ਰਹੇ, ਤੁਸੀਂ ਕਮਿਊਨਿਟੀ ਨੂੰ ਡਿਵਾਈਡ ਕਰਨ ਵਿੱਚ ਵਿਸ਼ਵਾਸ ਕਰ ਰਹੇ ਹੋ। ਸਿਰਫ ਸ਼ਬਦ ਬੋਲਿਆ ਹੀ ਕੋਈ ਆਦਮੀ, ਕੋਈ ਪੋਲੀਟੀਸ਼ੀਅਨ ਗਲਤ ਨਹੀਂ ਹੁੰਦਾ। ਬਹੁਤ ਸਾਰੇ ਤੁਹਾਡੇ ਐਸੇ ਇੰਡੀਕੇਸ਼ਨਸ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਜਾਂਦੀ ਹੈ, ਜਿਹਦੇ ਨਾਲ ਇਹ ਕਲੀਅਰਲੀ ਪਤਾ ਲੱਗਦਾ ਹੈ ਕਿ ਤੁਹਾਡੀ ਸੋਚ ਜਿਹੜੀ ਹੈ ਉਹ ਕਿੰਨੀ ਕਰਪਟ ਹੋ ਚੁੱਕੀ ਹੈ ਔਰ ਕਿਵੇਂ ਦੀ ਬਾਇਸ ਸੋਚ ਹੈ। ਕੀ ਅਸੀਂ ਵਾਕਿਆ ਹੀ ਬਿੱਲ ਦੀ ਸਪੋਰਟ ਜਾਂ ਨਾ ਸਪੋਰਟ ਦੇ ਉੱਤੇ ਆਪਣੀ ਸੁਸਾਇਟੀ ਨੂੰ ਡਿਵਾਈਡ ਕਰ ਰਹੇ ਹਾਂ? ਸਪੋਰਟ ਕਰਨਾ ਇੱਕ ਓਪੀਨੀਅਨ ਹੈ, ਨਾ ਸਪੋਰਟ ਕਰਨਾ ਇੱਕ ਓਪੀਨੀਅਨ ਹੈ। ਕਿੱਥੇ ਇਹ ਜਸਟੀਫਾਈਡ ਹੈ ਕਿ ਅਸੀਂ ਉਸ ਬੇਸ ਉੱਤੇ ਆਪਸ ਵਿੱਚ ਜਿਹੜਾ ਪਿਆਰ ਹੈ, ਆਪਸ ਵਿੱਚ ਇੱਕ ਦੂਜੇ ਨੂੰ ਉਹਦੀ ਸ਼ਕਲ, ਉਹਦੇ ਧਰਮ, ਉਹਦੇ ਰੰਗ ਰੂਪ ਦੇ ਨਾਲ ਤੁਲਨਾ ਕਰਕੇ ਅਸੀਂ ਇੰਨਾ ਕੁ ਜ਼ਹਿਰ ਜਿਹੜਾ ਆਪ ਦੇ ਆਉਣ ਵਾਲੇ ਜਨਰੇਸ਼ਨ ਵਿੱਚ ਭਰ ਦਈਏ ਕਿ ਉਹਨਾਂ ਬੱਚਿਆਂ ਨੂੰ ਬਾਅਦ 'ਚ ਸਮਝਾਉਣਾ ਮੁਸ਼ਕਿਲ ਹੋ ਜਾਏਗਾ ਕਿ ਸਾਡੀ ਪੀੜ੍ਹੀ ਨੇ ਕੀ ਮੂਰਖਤਾ ਕੀਤੀ ਹੈ। ਅੱਜ ਲੋੜ ਹੈ ਕਿ ਵਾਕਿਆ ਹੀ ਸਾਰੇ ਹੀ ਸਿੱਖਾਂ ਨੂੰ
ਦੁਬਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਲੋੜ ਹੈ। ਸਾਰੇ ਹਿੰਦੂਆਂ ਨੂੰ ਗੀਤਾ ਔਰ ਰਾਮਾਇਣ ਪੜ੍ਹਨ ਦੀ ਲੋੜ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜ਼ਰੂਰ ਮੰਨਦੇ ਹਾਂ, ਮਗਰ ਗੁਰੂ ਦੀ ਨਹੀਂ ਮੰਨਦੇ। ਸ਼ਾਇਦ ਉਹ ਲੋਕ ਜਿਹੜੇ ਅੱਜ ਬੜੇ ਮਾਣ ਦੇ ਨਾਲ, ਬੜੇ ਖੁਸ਼ ਹੋ ਕੇ ਐਸੇ ਵੀਡੀਓਜ਼ ਜਿਹੜੇ ਆ ਉਹਨਾਂ ਨੂੰ ਵਾਇਰਲ ਕਰਦੇ ਨੇ, ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇੱਕ ਬਹੁਤ ਵੱਡੀ ਕਾਬਲੀਅਤ ਔਰ ਬੜੀ ਵੱਡੀ ਇੱਕ ਸਕਸੈਸ ਮੰਨਦੇ ਨੇ ਕਿ ਜਿੱਥੇ ਅਸੀਂ ਕਿਸੇ ਧਰਮ ਦੇ ਬਾਰੇ, ਕਿਸੇ ਕਲਚਰ ਦੇ ਬਾਰੇ ਗਾਲਾਂ ਕੱਢ ਰਹੇ ਹਾਂ, ਕਿਸੇ ਔਰਤ ਦੀ ਇਨਸਲਟ ਕਰ ਰਹੇ ਹਾਂ, ਅਸੌਲਟ ਕਰ ਰਹੇ ਹਾਂ, ਬਦਤਮੀਜ਼ੀ ਕਰ ਰਹੇ ਹਾਂ, ਕੀ ਅਸੀਂ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜਿਹੜੀ ਆ ਉਹਦੇ ਉੱਤੇ ਚੱਲ ਰਹੇ ਹਾਂ? ਕਿਸ ਮੂੰਹ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਸਿੱਖ ਹੋਣ ਦਾ ਮਾਣ ਹੈ ਜਾਂ ਸਾਨੂੰ ਹਿੰਦੂ ਹੋਣ ਦਾ ਮਾਣ ਹੈ, ਅਗਰ ਅਸੀਂ ਇੱਕ ਦੂਸਰੇ ਨੂੰ ਨਫ਼ਰਤ ਨਾਲ ਵੇਖ ਰਹੇ ਹਾਂ? ਔਰ ਉਹ ਲੋਕ ਜਿਹੜਾ ਇਸ ਨਫ਼ਰਤ ਦੇ ਲੀਡਰ ਨੇ, ਉਹਨਾਂ ਲੋਕਾਂ ਨੂੰ ਅਗਰ ਅਸੀਂ ਨਹੀਂ ਸਵਾਲ ਕਰਦੇ ਤੇ ਅਸੀਂ ਉਸੇ ਤਰ੍ਹਾਂ ਉਸ ਕੈਂਸਰ ਦੇ ਇੱਕ ਸੈੱਲ ਨੂੰ ਆਪਣੇ ਸਰੀਰ ਵਿੱਚ ਛੱਡ ਰਹੇ ਹਾਂ ਜਿਹਨੇ ਕੱਲ੍ਹ ਨੂੰ ਸਾਰਾ ਸਰੀਰ ਹੀ ਕੈਂਸਰ ਦੇ ਨਾਲ ਖ਼ਤਮ ਕਰ ਦੇਣਾ। ਇਸ ਕਰਕੇ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ਕੈਂਸਰ ਦਾ ਇੱਕ ਸੈੱਲ ਜਿਹੜਾ ਆ ਉਹਨੂੰ ਕੱਢਿਆ ਜਾਏ, ਉਹਨੂੰ ਵੱਖਰਾ ਕੀਤਾ ਜਾਏ, ਉਹਦਾ ਟ੍ਰੀਟਮੈਂਟ ਕੀਤਾ ਜਾਏ, ਨਾ ਕਿ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਸੁਖ ਆਰਾਮ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਰਹੀਏ ਕਿ ਉਦੋਂ ਹੀ ਪਤਾ ਲੱਗੇ ਜਦੋਂ ਸਾਡਾ ਸਾਰਾ ਸਰੀਰ ਜਿਹੜਾ ਆ ਉਹ ਕੈਂਸਰ ਨਾਲ ਗ੍ਰਸਤ ਹੋਏਗਾ। ਅੱਜ ਦੇ ਦਿਨ 'ਚ ਬੇਸ਼ੱਕ ਅਸੀਂ ਓਪਨਲੀ ਮੰਨੀਏ ਜਾਂ ਨਾ ਮੰਨੀਏ, ਮਗਰ ਬਹੁਤ ਹੱਦ ਤੱਕ ਡਿਵੀਜ਼ਨ ਜਿਹੜੀ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਕੋਈ ਡਿਵੀਜ਼ਨ ਵਾਲਾ ਸੋਚ ਨਹੀਂ ਵੀ ਰੱਖਦਾ, ਮਗਰ ਉਹ ਸੁਣਦਾ ਜ਼ਰੂਰ ਹੈ। ਕਿਤੇ ਨਾ ਕਿਤੇ ਉਹਨੂੰ ਅਸਰ ਹੋ ਰਿਹਾ, ਔਰ ਇਹ ਬਹੁਤ ਗਲਤ ਹੋਏਗਾ ਕਿ ਅਸੀਂ ਅਗਰ ਕੇਵਲ ਇੱਕ ਸਰਕਾਰ ਨੂੰ, ਇੱਕ ਆਦਮੀ ਨੂੰ, ਇੱਕ ਮੀਡੀਆ ਨੂੰ ਇਹਦੇ ਜ਼ਿੰਮੇਵਾਰ ਮੰਨੀਏ। ਕਾਂਗਰਸ ਦੀ ਸਰਕਾਰ ਸਿੱਖ ਕਮਿਊਨਿਟੀ ਦੇ ਭਾਈਚਾਰੇ ਨੂੰ ਬਿਲੋਂਗ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਵੀ ਕੈਨੇਡਾ ਆਏ ਸੀ, ਅਸੀਂ ਉਹਨਾਂ ਨੂੰ ਵੀ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ। ਅਸੀਂ ਇੱਜ਼ਤ ਉਹ ਸਰਦਾਰ ਦੀ ਵੀ ਨਹੀਂ ਕੀਤੀ। ਉਦੋਂ ਵੀ ਅਸੀਂ ਇਹੀ ਰੱਟ ਲਾਈ ਹੁੰਦੀ ਸੀ, ਉਦੋਂ ਵੀ ਅਸੀਂ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਗਾਲਾਂ ਕੱਢਦੇ ਸੀ, ਔਰ ਲਗਾਤਾਰ ਆਪਣੇ ਏਜੰਡੇ ਅਚੀਵ ਕਰਨ ਵਾਸਤੇ, ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ, ਇਨੋਸੈਂਟ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਣ ਵਾਸਤੇ ਉਦੋਂ ਵੀ ਕੈਨੇਡਾ ਦੇ ਵਿੱਚ ਉਹੀ ਮੈਂਟੈਲਿਟੀ ਪ੍ਰਚਲਿਤ ਸੀਗੀ ਜੋ ਅੱਜ ਹੈ। ਅੱਜ ਅਸੀਂ ਦੋਸ਼ ਦੂਸਰੀ ਕਿਸੇ ਸਰਕਾਰ ਨੂੰ ਲਾਉਣਾ ਸ਼ੁਰੂ ਕਰਤਾ। ਇਹ ਡਿਵੀਜ਼ਨ ਜਿਹੜੀ ਹੈ ਕਿਸੇ ਸਰਕਾਰ ਨੇ ਨਹੀਂ ਪਾਈ, ਇਹ ਡਿਵੀਜ਼ਨ ਉਹਨਾਂ ਲੋਕਾਂ ਨੇ ਪਾਈ ਹੈ ਜਿਨ੍ਹਾਂ ਨੂੰ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਡੱਕਣਾ ਚਾਹੀਦਾ ਸੀ ਅਸੀਂ ਨਹੀਂ ਡੱਕਿਆ। ਇਹ ਉਹਨਾਂ ਲੋਕਾਂ ਨੇ ਹੈ ਜਿਨ੍ਹਾਂ ਨੇ ਆਪਣੇ ਘਰ ਤੇ ਬਣਾ ਲਏ, ਮਗਰ ਲੋਕਾਂ ਦੇ ਘਰ ਜਿਹੜੇ ਆ ਉਹਨਾਂ ਨੂੰ ਡਿਵਾਈਡ ਕਰਤਾ। ਇਹ ਉਹ ਲੋਕ ਨੇ ਜਿਹੜੇ ਕਿ ਬੇਸ਼ੱਕ ਜਿਹੜਾ ਮਰਜ਼ੀ ਰੂਪ ਧਾਰਨ ਕਰਦੇ ਹੋਣ, ਬੇਸ਼ੱਕ ਜਿੰਨੇ ਮਰਜ਼ੀ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਦੱਸਦੇ ਹੋਣ, ਮਗਰ ਉਹ ਲੋਕ ਨਾ ਤੇ ਸੱਚੇ ਸਿੱਖ ਨੇ, ਨਾ ਹੋਏ ਸੱਚੇ ਹਿੰਦੂ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਮੂਲ ਸਿਧਾਂਤ ਜਿਹੜੇ ਨੇ ਉਹੀ ਪਤਾ ਨਹੀਂ, ਸ਼ਾਇਦ ਉਹ ਮੂਲ ਸਿਧਾਂਤ ਜਿਹੜੇ ਆ ਉਹ ਹੀ ਨਹੀਂ ਜਾਣਦੇ। ਉਹਨਾਂ ਨੂੰ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਏਕ ਓਂਕਾਰ ਉਹੀ ਨਹੀਂ ਪਤਾ। ਮਗਰ ਪ੍ਰੋਬਲਮ ਇਹ ਹੈ ਕਿ ਉਹਨਾਂ ਲੋਕਾਂ ਦੀ ਗਿਣਤੀ ਹੌਲੀ ਹੌਲੀ ਵੱਧਦੀ ਜਾ ਰਹੀ ਹੈ, ਕਿਉਂਕਿ ਦੂਸਰਾ ਬੰਦਾ ਆਪਣੇ ਕੰਮ ਨਾਲ ਕੰਮ ਰੱਖ ਰਿਹਾ, ਆਪਣੇ ਆਪ ਨੂੰ ਬਿਜ਼ੀ ਹੈ, ਔਰ ਉਹਦਾ ਇੱਕ ਹੀ ਫਲਸਫਾ ਹੈ ਕਿ ਸਾਨੂੰ ਕੀ। ਮਗਰ ਦੋਸਤੋ ਅੱਜ ਉਹ ਸਮਾਂ ਆ ਰਿਹਾ ਹੈ, ਹਾਲਾਤ ਐਸੇ ਬਣ ਰਹੇ ਨੇ ਕਿ ਅਗਰ ਅਸੀਂ ਇਹ ਸੋਚਾਂਗੇ ਕਿ ਸਾਡੇ ਗੁਆਂਢ ਦੇ ਘਰ 'ਚ ਅੱਗ ਲੱਗੀ ਹੈ ਤੇ ਪਤਾ ਨਹੀਂ ਕਿਹੜੇ ਵੇਲੇ ਹਨੇਰੀ ਕਿੱਧਰ ਨੂੰ ਚੱਲਣੀ ਹੈ ਤੇ ਤੁਹਾਡਾ ਘਰ ਜਿਹੜਾ ਆ ਉਹ ਵੀ ਸ਼ਾਇਦ ਸੜ ਕੇ ਸੁਆਹ ਹੋ ਜਾਏ। ਅੱਜ ਸਾਡੇ ਭਾਈਚਾਰੇ ਦੇ ਵਿੱਚ ਬੱਚੇ ਇੰਨੀ ਨਫ਼ਰਤ ਲੈ ਕੇ ਚੱਲ ਰਹੇ ਨੇ ਕਿ ਉਹਨਾਂ ਦੇ ਅੰਦਰ ਦੂਸਰੇ ਧਰਮਾਂ ਲਈ ਟੋਲਰੈਂਸ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ। ਸਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕਿ ਅਸੀਂ
ਕੋਈ ਮੁਸਲਮਾਨ ਹੈ ਉਹਦੀ ਗਲਤੀ ਕੱਢੀਏ, ਸਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕੋਈ ਹਿੰਦੂ ਹੈ ਉਹਦੀ ਗਲਤੀ ਕੱਢੀਏ। ਸਹੀ ਸਮਝਦਾਰੀ ਔਰ ਮੈਚਿਓਰਿਟੀ ਉਹ ਹੈ ਕਿ ਜੋ ਵੀ ਭਾਈਚਾਰਾ ਹੈ ਉਹ ਆਪਣੀ ਗਲਤੀ ਜਿਹੜੀ ਆ ਉਹਦੇ ਵੱਲ ਝਾਤੀ ਮਾਰੇ, ਆਪਣੀਆਂ ਗਲਤੀਆਂ ਜਿਹੜੀਆਂ ਉਹਨੂੰ ਸੁਧਾਰੇ, ਨਾ ਕਿ ਦੂਸਰਿਆਂ ਦੀ ਗਲਤੀ ਦੇ ਨਾਲ ਤੁਸੀਂ ਗਲਤੀ ਕਰੋ। ਦੋ ਗਲਤ ਇੱਕ ਸਹੀ ਨਹੀਂ ਬਣ ਸਕਦੇ। ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ, ਜੇ ਅਸੀਂ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ, ਤਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਸਿੱਖੀ ਸਿਧਾਂਤਾਂ ਉੱਤੇ ਚੱਲੀਏ। ਆਪਣੇ ਬੱਚਿਆਂ ਨੂੰ ਪਿਆਰ, ਆਪਣੇ ਬੱਚਿਆਂ ਨੂੰ ਟੋਲਰੈਂਸ ਔਰ ਆਪਣੇ ਬੱਚਿਆਂ ਨੂੰ ਇਹ ਸਮਝਾਈਏ ਕਿ ਸਹੀ ਸਿੱਖੀਜ਼ਮ ਕੀ ਹੈ, ਸਹੀ ਸਿੱਖ ਸਿਧਾਂਤ ਕੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿ ਹਿੰਦੂ ਵੀ ਇੱਕ ਇਨਸਾਨ ਹੈ, ਮੁਸਲਮਾਨ ਵੀ ਇੱਕ ਇਨਸਾਨ ਹੈ, ਔਰ ਸਾਰੇ ਦੇ ਸਾਰਿਆਂ ਦੇ ਵਿੱਚ ਉਸੇ ਪਰਮਾਤਮਾ ਦੀ ਰੂਹ ਜਿਹੜੀ ਆ ਉਹ ਵਸਦੀ ਹੈ। ਸਾਰੇ ਦੇ ਸਾਰੇ ਉਸੇ ਸਾਗਰ ਵੱਲ ਜਾਂਦੇ ਨੇ, ਰਸਤੇ ਸਾਰਿਆਂ ਦੇ ਅਲੱਗ-ਅਲੱਗ ਨੇ, ਅਤੇ ਦੂਸਰਿਆਂ ਦੇ ਰਸਤੇ ਜਿਹੜੇ ਆ ਉਹਨਾਂ ਨੂੰ ਵੀ ਐਕਸੈਪਟ ਕਰਨਾ ਸਿੱਖੋ, ਉਹਨਾਂ ਨੂੰ ਵੀ ਇੱਜ਼ਤ ਦੇਣੀ ਸਿੱਖੋ। ਜੇ ਅਸੀਂ ਪਗੜੀ ਬੰਨ੍ਹਦੇ ਹਾਂ ਅਤੇ ਕੋਈ ਟੋਪੀ ਪਾਉਂਦਾ, ਅਤੇ ਜਿਵੇਂ ਸਾਡੀ ਪਗੜੀ ਜਿਹੜੀ ਆ ਸਾਡਾ ਇੱਕ ਸਰੂਪ ਹੈ, ਸਾਨੂੰ ਉਹਦੀ ਇੱਜ਼ਤ ਪਿਆਰੀ ਹੈ, ਤਾਂ ਸ਼ਾਇਦ ਦੂਸਰੇ ਨੂੰ ਉਹਦੀ ਟੋਪੀ ਦੀ ਇੱਜ਼ਤ ਪਿਆਰੀ ਹੋਏ। ਇਸ ਕਰਕੇ ਸਾਡੀ ਸ਼ਬਦਾਵਲੀ ਜਿਹੜੀ ਹੈ ਉਹਦੇ ਵਿੱਚ ਨਫ਼ਰਤ ਨਹੀਂ, ਸਾਡੀ ਸ਼ਬਦਾਵਲੀ ਵਿੱਚ ਦੂਸਰੇ ਧਰਮਾਂ ਦੀਆਂ ਔਰਤਾਂ ਨੂੰ ਗਾਲਾਂ ਕੱਢਣੀਆਂ ਨਹੀਂ, ਉਹਨਾਂ ਨਾਲ ਬਦਤਮੀਜ਼ੀ ਕਰਨੀ ਨਹੀਂ। ਅਗਰ ਅਸੀਂ ਸਹੀ ਸਿੱਖ ਹਾਂ ਤਾਂ ਸਾਨੂੰ ਭਾਈ ਕਨ੍ਹਈਆ ਜੀ ਦੇ ਅਸੂਲਾਂ 'ਤੇ ਚੱਲਣਾ ਪਏਗਾ। ਇੱਕ ਪਾਸੇ ਅਸੀਂ ਬੜੇ ਮਾਣ ਨਾਲ ਗੁਰੂ ਕੇ ਲੰਗਰ ਦੀ ਗੱਲ ਕਰਦੇ ਹਾਂ ਕਿ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅਤੇ ਸਾਨੂੰ ਹੀ ਸਾਡੇ ਹੀ ਸੋ ਕਾਲਡ ਪੋਲੀਟੀਸ਼ੀਅਨ ਲੀਡਰਸ ਉਹ ਇਹਨਾਂ ਚੀਜ਼ਾਂ ਉੱਤੇ ਡਿਵਾਈਡ ਕਰਦੇ ਨੇ, ਜਿੱਥੇ ਉਹ ਇਹ ਪ੍ਰਚਾਰ ਕਰਦੇ ਨੇ ਕਿ ਸਿੱਖ ਧਰਮ ਕਿਉਂ ਚੰਗਾ ਹੈ, ਸਿੱਖਾਂ ਨੇ ਆਹ ਕੀਤਾ। ਸ਼ਾਇਦ ਉਹ ਇਹ ਚੀਜ਼ ਜਿਹੜੀ ਆ ਉਹ ਭੁੱਲ ਗਏ ਨੇ ਕਿ ਸਾਡੇ ਗੁਰੂਆਂ ਨੇ, ਸਿੱਖੀ ਨੇ ਉਸ ਹਰ ਭਗਤ ਨੂੰ ਥਾਂ ਦਿੱਤਾ। ਭਗਤ ਕਬੀਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਭਗਤ ਰਵਿਦਾਸ ਜਿਹੜੇ ਸ਼ਡਿਊਲ ਕਾਸਟ ਸੀਗੇ, ਉਹਨਾਂ ਦੀ ਵੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਬਾਬਾ ਫਰੀਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੀ ਫੋਲੋ ਨਹੀਂ ਕਰਦਾ, ਉਹਨੂੰ ਸ਼ਾਇਦ ਸਿੱਖ ਹੋਣ ਦਾ ਹੱਕ ਨਹੀਂ ਹੈ। ਸਿਰਫ ਇੱਕ ਰੂਪ ਧਾਰਨ ਕਰਨ ਨਾਲ ਤੁਸੀਂ ਸਿੱਖ ਨਹੀਂ ਬਣ ਸਕਦੇ, ਅਤੇ ਤੁਸੀਂ ਨਾ ਧਰਮ ਦੇ ਠੇਕੇਦਾਰ ਬਣ ਸਕਦੇ ਹੋ। ਜੇ ਤੁਸੀਂ ਵਾਕਿਆ ਹੀ ਸਿੱਖੀਜ਼ਮ ਜਾਂ ਸਿੱਖੀ ਦੀ ਸਿਧਾਂਤ ਦੇ ਉੱਤੇ ਚੱਲਣਾ, ਅਤੇ ਜੇ ਤੁਸੀਂ ਕਿਸਾਨ ਪ੍ਰੋਟੈਸਟ ਦੀ ਸਹੀ ਤਰ੍ਹਾਂ ਹਮਾਇਤ ਕਰਨੀ ਹੈ, ਅਤੇ ਸ਼ਾਇਦ ਸਿੱਖ ਨੂੰ ਅਤੇ ਕਿਸੇ ਹੋਰ ਧਰਮ ਨੂੰ ਮਾੜਾ ਚੰਗਾ ਬੋਲਣਾ ਹੀ ਨਹੀਂ ਚਾਹੀਦਾ। ਸਿੱਖਾਂ ਨੂੰ ਇਹ ਸ਼ੋਅ ਹੀ ਨਹੀਂ ਕਰਨਾ ਚਾਹੀਦਾ ਕਿ ਅਸੀਂ ਦੂਸਰਿਆਂ ਤੋਂ ਸੁਪੀਰੀਅਰ ਹਾਂ। ਇਹ ਸ਼ੋਅ ਕਰਨ ਵਿੱਚ, ਇਸ ਲੜਾਈ ਦੇ ਵਿੱਚ ਕਿ ਜੀ ਸਾਡੀ ਰੈਲੀ ਵੱਡੀ ਹੈ, ਅਸੀਂ ਕੀ ਪ੍ਰੂਵ ਕਰਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ। ਸਾਡੀ ਵੱਡੀ ਰੈਲੀ ਦੇ ਨਾਲ ਫਾਰਮਰ ਪ੍ਰੋਟੈਸਟ ਨੂੰ ਜ਼ੀਰੋ ਫਾਇਦਾ ਹੋ ਰਿਹਾ, ਨੁਕਸਾਨ ਅਸੀਂ ਜ਼ਰੂਰ ਕਰ ਰਹੇ ਹਾਂ। ਜੋ ਅਸੀਂ 26 ਜਨਵਰੀ ਨੂੰ ਕੀਤਾ ਉਹਦਾ ਵੀ ਅਸੀਂ ਨੁਕਸਾਨ ਜੋ ਹੋਇਆ ਉਹ ਵੇਖ ਚੁੱਕੇ ਹਾਂ। ਔਰ ਜੋ ਅਸੀਂ ਕੈਨੇਡਾ ਦੇ ਵਿੱਚ ਅੱਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਵਨ ਅਪ ਸ਼ੋ, 1000 ਕਾਰਾਂ ਇਕੱਠੀਆਂ ਕਰਨ ਨਾਲ ਸਾਡੀ ਤਾਕਤ ਕਿਤੇ ਨਹੀਂ ਸ਼ੋਅ ਹੁੰਦੀ। ਇਸ ਚੀਜ਼ ਦਾ ਜੇ ਅਸੀਂ ਇਹ ਸੋਚਦੇ ਹਾਂ ਕਿ ਕਿਸੇ ਵੀ ਤਰ੍ਹਾਂ ਕਿਸਾਨ ਪ੍ਰੋਟੈਸਟ ਨੂੰ ਐਡਵਾਂਟੇਜ ਹੋ ਰਿਹਾ ਅਤੇ ਨਹੀਂ ਹੋ ਰਿਹਾ, ਸ਼ਾਇਦ ਸਾਨੂੰ ਭਾਈਚਾਰਾ ਕਿਸਾਨ ਪ੍ਰੋਟੈਸਟ ਤੋਂ ਸਿੱਖਣਾ ਚਾਹੀਦਾ। ਉੱਥੇ ਹਿੰਦੂ, ਮੁਸਲਮਾਨ, ਹਰ ਧਰਮ ਦਾ ਕਿਸਾਨ ਉੱਥੇ ਬੈਠਾ ਹੈ। ਅਸੀਂ ਇਹ ਚੀਜ਼ਾਂ ਕਰਕੇ ਅਸੀਂ ਉਸ ਮੀਡੀਆ ਦੀ ਗੱਲ ਨੂੰ ਸੱਚੀ ਕਰ ਰਹੇ ਹਾਂ ਜੋ ਲਗਾਤਾਰ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਸਿੱਖਾਂ ਦਾ ਹੈ, ਇਹ ਐਂਟੀ ਨੈਸ਼ਨਲ ਲੋਕਾਂ ਦਾ ਹੈ। ਜਦੋਂ ਅਸੀਂ ਕਿਸੇ ਦੀ ਕਾਰ ਤੋਂ ਤਿਰੰਗਾ ਝੰਡਾ ਲਾ ਕੇ ਪੈਰ ਥੱਲੇ ਸੁੱਟਦੇ ਹਾਂ, ਅਸੀਂ ਉਸ ਮੀਡੀਏ ਦੇ ਹੱਕ 'ਚ ਗੱਲ ਕਰ ਰਹੇ ਹਾਂ। ਅਤੇ ਜੋ ਲੋਕ ਇੱਥੇ ਬੈਠ ਕੇ ਚਾਹੇ ਉਹ ਤਿਰੰਗੇ ਝੰਡੇ ਦੀ ਇਨਸਲਟ ਕਰਦੇ ਹੋਣ, ਚਾਹੇ ਉਹ ਦੂਸਰੇ ਧਰਮ ਦੀ ਇਨਸਲਟ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਐਸਾ ਵੱਖਵਾਦ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਐਕਚੁਅਲੀ
ਉਸ ਮੀਡੀਆ ਦੇ ਸਾਥੀ ਨੇ, ਉਸ ਮੀਡੀਆ ਨੂੰ ਬਿਲੋਂਗ ਕਰਦੇ ਨੇ ਜਿਹਨੂੰ, ਜਿਸ ਮੀਡੀਆ ਨੂੰ ਤੁਸੀਂ ਗਾਲਾਂ ਕੱਢ ਰਹੇ ਹੋ, ਜਿਸ ਮੀਡੀਆ ਨੂੰ ਤੁਸੀਂ ਗੈਰ ਜ਼ਿੰਮੇਵਾਰ ਕਹਿ ਰਹੇ ਹੋ, ਉਸ ਇੰਡੀਆ ਦਾ ਜੋ ਮੀਡੀਆ ਹੈ ਤੁਸੀਂ ਵੀ ਉਹਦੇ ਨਾਲ ਮਿਲੇ ਹੋਏ ਹੋ। ਤੁਹਾਨੂੰ ਉਸ ਮੀਡੀਆ ਨੂੰ ਬੁਰਾ ਭਲਾ ਕਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਤੁਸੀਂ ਖੁਦ ਐਗਜ਼ੈਕਟਲੀ ਉਹ ਕਰ ਰਹੇ ਹੋ ਜੋ ਉਹ ਮੀਡੀਆ ਕਹਿ ਰਿਹਾ ਹੈ। ਸਾਨੂੰ ਇਸ ਚੀਜ਼ ਦਾ ਕੀ ਇਤਰਾਜ਼ ਹੈ ਅਗਰ ਉਹ ਮੀਡੀਆ ਕਹਿ ਰਿਹਾ ਹੈ ਕਿ ਇਹ ਲੋਕ ਐਂਟੀ ਨੈਸ਼ਨਲ ਨੇ ਔਰ ਤੁਸੀਂ ਇੱਥੇ ਨੈਸ਼ਨਲ ਫਲੈਗ ਦੀ ਇਨਸਲਟ ਕਰਦੇ ਹੋ, ਤੁਸੀਂ ਤਿਰੰਗੇ ਝੰਡੇ ਨੂੰ ਪੈਰਾਂ ਥੱਲੇ ਸੁੱਟਦੇ ਹੋ, ਤੇ ਤੁਸੀਂ ਵਾਕਿਆ ਹੀ ਐਗਜ਼ੈਕਟਲੀ ਉਹ ਚੀਜ਼ ਕਹਿ ਰਹੇ ਹੋ ਜੋ ਉਹ ਮੀਡੀਆ ਇੰਡੀਆ ਦੇ ਵਿੱਚ ਕਹਿ ਰਿਹਾ। ਫਿਰ ਉਹ ਮੀਡੀਆ ਸੱਚਾ ਹੈ। ਜੇ ਤੁਸੀਂ ਦੂਸਰੇ ਕਿਸੇ ਧਰਮ ਨੂੰ ਗਾਲਾਂ ਕੱਢ ਰਹੇ ਹੋ ਔਰ ਵੀਡੀਓ ਬਣਾ ਰਹੇ ਹੋ ਔਰ ਧੱਕੇ ਮੁੱਕੀ ਕਰ ਰਹੇ ਹੋ, ਤੇ ਉਹ ਮੀਡੀਆ ਅਗਰ ਇਹ ਕਹਿੰਦਾ ਕਿ ਇਹ ਐਂਟੀ ਨੈਸ਼ਨਲ ਲੋਕ ਨੇ ਜਾਂ ਇਹ ਐਂਟੀ ਹਿੰਦੂ ਨੇ ਜਾਂ ਇਹ ਦੂਸਰੇ ਧਰਮ ਦੇ ਅਗੇਂਸਟ ਨੇ, ਇਹ ਲੋਕ ਜਿਹੜੇ ਆ ਇਹ ਵੱਖਵਾਦੀ ਨੇ, ਤੇ ਸ਼ਾਇਦ ਉਹ ਮੀਡੀਆ ਬਿਲਕੁਲ ਸਹੀ ਕਹਿ ਰਿਹਾ ਹੈ। ਫਿਰ ਸਾਨੂੰ ਇਸ ਚੀਜ਼ ਦਾ ਕੀ ਇਤਰਾਜ਼ ਹੈ? ਕਿਉਂ ਅਸੀਂ ਉਸ ਮੀਡੀਆ ਨੂੰ ਬੁਰਾ ਭਲਾ ਕਹਿੰਦੇ ਹਾਂ ਜੋ ਚੀਜ਼ ਐਗਜ਼ੈਕਟਲੀ ਅਸੀਂ ਇੱਥੇ ਕਰ ਰਹੇ ਹਾਂ, ਅਤੇ ਸਾਨੂੰ ਇਹ ਹੱਕ ਨਹੀਂ ਹੈ ਕਿ ਅਸੀਂ ਉਸ ਮੀਡੀਆ ਨੂੰ ਇਹ ਕਹੀਏ ਫਿਰ ਉਹ ਮੀਡੀਆ ਬਿਲਕੁਲ ਸੱਚ ਬੋਲ ਰਿਹਾ, ਅਤੇ ਫਿਰ ਅਸੀਂ ਉਸ ਮੀਡੀਆ ਦੇ ਸਾਥੀ ਹਾਂ, ਫਿਰ ਅਸੀਂ ਉਸ ਮੀਡੀਆ ਦੇ ਨਾਲ ਮਿਲੇ ਹੋਏ ਹਾਂ, ਕਿਉਂਕਿ ਅਸੀਂ ਉਹੀ ਐਗਜ਼ੈਕਟਲੀ ਚੀਜ਼ ਕਰ ਰਹੇ ਹਾਂ ਜੋ ਕਿ ਉਹ ਮੀਡੀਆ ਕਹਿ ਰਿਹਾ ਹੈ, ਔਰ ਅਸੀਂ ਐਗਜ਼ੈਕਟਲੀ ਉਹ ਚੀਜ਼ ਕਰ ਰਹੇ ਹਾਂ ਜਿਹਦੇ ਤੋਂ ਸਾਡੇ ਕਿਸਾਨ ਆਗੂ ਜਿਹੜੇ ਆ ਸਾਨੂੰ ਮਨਾ ਕਰ ਰਹੇ ਨੇ। ਸਾਡੇ ਕਿਸਾਨ ਆਗੂ ਸਾਨੂੰ ਲਗਾਤਾਰ ਇੱਕ ਚੀਜ਼ ਸਿਖਾ ਰਹੇ ਨੇ ਕਿ ਤੁਸੀਂ ਕੋਈ ਵੀ ਧਾਰਮਿਕ ਸਲੋਗਨ ਨਹੀਂ ਲਾਉਣੇ, ਤੁਸੀਂ ਨੈਸ਼ਨਲ ਫਲੈਗ ਦੀ ਰਿਸਪੈਕਟ ਕਰਨੀ ਹੈ। ਇੱਥੇ ਹਿੰਦੂ ਵੀ ਨੇ, ਸਿੱਖ ਵੀ ਨੇ, ਕ੍ਰਿਸਚਨ ਵੀ ਨੇ, ਮੁਸਲਮਾਨ ਵੀ ਨੇ, ਸਾਰੇ ਇਕੱਠੇ ਬੈਠ ਕੇ ਫਾਰਮਰ ਪ੍ਰੋਟੈਸਟ ਕਰ ਰਹੇ ਨੇ। ਅਤੇ ਕੈਨੇਡਾ ਦੇ ਵਿੱਚ ਉਹ ਲੋਕ ਜਿਹੜਾ ਇਹਨੂੰ ਇੱਕ ਧਰਮ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਲੋਕ 100% ਜਿਹੜੇ ਆ ਉਹ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਨੇ। ਬੇਸ਼ੱਕ ਤੁਸੀਂ ਜਿੰਨੀਆਂ ਮਰਜ਼ੀ ਰੈਲੀਆਂ ਕਰੀ ਜਾਓ, ਅਗਰ ਤੁਸੀਂ ਇਕੱਠ ਨਹੀਂ ਵਿਖਾ ਸਕਦੇ, ਦੂਸਰੇ ਧਰਮਾਂ ਦੇ ਨਾਲ ਉਹਨਾਂ ਨਾਲ ਪਿਆਰ ਨਹੀਂ ਸ਼ੋਅ ਕਰ ਸਕਦੇ, ਤੁਸੀਂ ਉਹ ਚੀਜ਼ ਫੋਲੋ ਨਹੀਂ ਕਰ ਸਕਦੇ ਜੋ ਫਾਰਮਰ ਪ੍ਰੋਟੈਸਟ ਇੰਡੀਆ 'ਚ ਸ਼ੋਅ ਹੋ ਰਿਹਾ, ਜੋ ਦਿਖਾ ਰਿਹਾ। ਉੱਥੇ ਸੰਯੁਕਤ ਕਿਸਾਨ ਮੋਰਚੇ ਉੱਤੇ ਬੈਠੇ ਸਾਡੇ ਹਿੰਦੂ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਮੁਸਲਮਾਨ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਸਿੱਖ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਅਤੇ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਦੀ ਮਿਹਨਤ, ਉਹਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਜਿਹੜਾ ਆ ਉਹ ਇਵੇਂ ਪਾਈਏ ਕਿ ਜੋ ਉੱਥੇ ਦਾ ਮੀਡੀਆ ਕਹਿ ਰਿਹਾ ਉਹੋ ਜਿਹੀਆਂ ਹਰਕਤਾਂ ਜਿਹੜੀਆਂ ਅਸੀਂ ਕੈਨੇਡਾ ਵਰਗੇ ਦੇਸ਼ 'ਚ ਕਰੀਏ। ਔਰ ਸਾਰੇ ਦੇ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹ ਮੂੰਹ ਬੰਦ ਰੱਖਣ ਇਸ ਚੀਜ਼ ਉੱਤੇ ਕਿ ਉਹ ਗਲਤ ਨੂੰ ਗਲਤ ਨਾ ਕਹਿ ਸਕਣ। ਸਿਰਫ ਇੱਕ MPP ਨੂੰ ਛੱਡ ਕੇ ਸਿਰਫ ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹ ਚੁੱਪ ਬੈਠੇ ਆ। ਇੱਥੇ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਪਏਗਾ, ਉਹਨਾਂ ਪੋਲੀਟੀਸ਼ੀਅਨ ਨੂੰ ਜਵਾਬ ਦੇਣਾ ਪਏਗਾ ਕਿ ਉਹਨਾਂ ਦੀ ਚੁੱਪ ਕਿਉਂ ਰਹੀ ਹੈ, ਕਿਉਂ ਉਹ ਗਲਤ ਨੂੰ ਗਲਤ ਨਹੀਂ ਕਹਿ ਸਕਦੇ। ਕੀ ਉਹ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦੇ ਨੇ ਕਿ ਕੀ ਉਹ ਸੱਚੇ ਸਿੱਖ ਨੇ, ਕੀ ਉਹ ਵਾਕਿਆ ਹੀ ਸਿੱਖਿਜ਼ਮ ਨੂੰ ਫੋਲੋ ਕਰਦੇ ਨੇ? ਸ਼ਾਇਦ ਇਸ ਇਲੈਕਸ਼ਨ ਦੇ ਟਾਈਮ ਇਸ ਚੀਜ਼ ਉੱਤੇ ਵੀ ਉਹਨਾਂ ਨੂੰ ਡਿਬੇਟ ਕਰਨਾ ਪਏਗਾ ਕਿ ਉਹਨਾਂ ਨੇ ਸਿੱਖੀ ਸਿਧਾਂਤ ਜਿਹੜੇ ਆ ਉਹ ਵੀ ਫੋਲੋ ਨਹੀਂ ਕੀਤੇ। ਕਿਉਂ ਉਹਨਾਂ ਦੀ ਚੁੱਪ ਰਹੀ ਹੈ ਅਗਰ ਕੋਈ ਨਜਾਇਜ਼ ਹੋਈ ਹੈ? ਕਿਉਂ ਉਹਨਾਂ ਦੀ ਚੁੱਪ ਰਹੀ ਹੈ ਕਿ ਉਹ ਚੁੱਪ ਰਹੇ ਨੇ? ਔਰ ਕਿਵੇਂ ਦੀ ਕਮਿਊਨਿਟੀ, ਕਿਵੇਂ ਦੀ ਡਿਵੀਜ਼ਨ ਜਿਹੜੀ ਆ ਬਣਦੀ ਜਾ ਰਹੀ ਹੈ ਕਿ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਅਗਰ ਕਿਸੇ ਨੇ ਸੱਚ ਨੂੰ ਸੱਚ ਔਰ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕੀਤੀ ਹੈ ਅਤੇ ਉਸ ਪੋਸਟ ਉੱਤੇ ਉਸ ਪੋਲੀਟੀਸ਼ੀਅਨ ਨੂੰ, ਉਸ ਕੈਨੇਡੀਅਨ ਨੂੰ ਇਹ ਲਿਖਿਆ ਜਾਂਦਾ ਹੈ ਕਿ ਇਹ ਜੀ BJP ਦੇ ਟਾਊਟ ਨੇ, ਇਹ ਗਦਾਰ ਨੇ, ਇਹ ਕਿਸਾਨਾਂ ਦੇ ਅਗੇਂਸਟ ਨੇ। ਸ਼ਾਇਦ ਸਾਡੀ ਮੱਤ ਜਿਹੜੀ ਆ ਥੋੜ੍ਹੀ ਜਿਹੀ ਮਾਰੀ ਗਈ ਹੈ ਕਿਉਂਕਿ ਅਸੀਂ ਭੁੱਲ ਚੁੱਕੇ ਹਾਂ ਕਿ ਕਿਸਾਨ ਲੀਡਰ ਸਾਨੂੰ ਕਹਿ ਕੀ ਰਹੇ ਨੇ।
ਜੇ ਅਸੀਂ ਸਿਰਫ ਕਿਸਾਨਾਂ ਦੇ ਲੀਡਰਾਂ ਦੀ ਗੱਲ ਕੀਤੀ ਜਾਏ, ਉਹ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਇਸ ਮੂਵਮੈਂਟ ਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਉਹ ਲਗਾਤਾਰ ਕਹਿ ਰਹੇ ਨੇ ਕਿ ਇੱਥੇ ਇਹ ਪੰਜਾਬ ਦੀ ਸਿੱਖਾਂ ਦੀ ਮੂਵਮੈਂਟ ਨਹੀਂ ਹੈ। ਔਰ ਪਿਛਲੇ ਇੰਨੇ ਦਿਨਾਂ ਤੋਂ, ਨਵੰਬਰ ਤੋਂ ਲੈ ਕੇ ਹੁਣ ਤੱਕ ਮੀਡੀਆ ਲਗਾਤਾਰ ਉੱਥੇ ਇਹ ਕਹਿ ਰਿਹਾ ਹੈ ਕਿ ਇਹ ਵੱਖਵਾਦੀ, ਇਹ ਸਿੱਖਾਂ ਦੀ ਮੂਵਮੈਂਟ ਹੈ। ਔਰ ਅਸੀਂ ਇੱਥੇ ਜੋ ਹਰਕਤਾਂ ਕਰ ਰਹੇ ਹਾਂ ਕੈਨੇਡਾ ਦੇ ਵਿੱਚ, ਅਸੀਂ ਵਾਕਿਆ ਹੀ ਉਸ ਮੀਡੀਆ ਦੀ ਗੱਲ ਨੂੰ ਸੱਚਾ ਪ੍ਰੂਵ ਕਰ ਰਹੇ ਹਾਂ ਜਦੋਂ ਅਸੀਂ ਵਾਇਲੈਂਸ ਦੇ ਉਤਰਦੇ ਹਾਂ, ਜਦੋਂ ਅਸੀਂ ਗਾਲਾਂ ਕੱਢਦੇ ਹਾਂ ਦੂਸਰੇ ਕਿਸੇ ਧਰਮ ਨੂੰ। ਅੱਜ ਸਾਨੂੰ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਕਮਿਊਨਿਟੀ ਨੂੰ ਇਕੱਠੇ ਰੱਖੀਏ। ਅਸੀਂ ਜੇ ਸਿੱਖ ਹਾਂ ਤਾਂ ਅਸੀਂ ਸਹੀ ਸਿੱਖ ਬਣੀਏ, ਅਵਲ ਅੱਲਾ ਨੂਰ ਪਾਏ ਦੇ ਅਸੂਲ ਦੇ ਉੱਤੇ ਚੱਲੀਏ, ਔਰ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਵੱਡਾ ਨਹੀਂ ਕਰ ਸਕਦੇ। ਸਾਡੇ ਗੁਰੂਆਂ ਨੇ ਕਿਤੇ ਵੀ ਸਾਨੂੰ ਇਹ ਨਹੀਂ ਸਿਖਾਇਆ ਕਿ ਅਸੀਂ ਵੱਡੇ ਹੋ ਸਕਦੇ ਹਾਂ ਮੁਸਲਮਾਨਾਂ ਨੂੰ ਮਾੜਾ ਕਹਿ ਕੇ ਜਾਂ ਹਿੰਦੂਆਂ ਨੂੰ ਮਾੜਾ ਕਹਿ ਕੇ। ਸਾਡੇ ਨਾਲ ਬਹੁਤ ਸਾਰੇ ਕਾਲਰਸ ਜਿਹੜੇ ਆ ਉਹ ਜੁੜ ਰਹੇ ਨੇ। ਸਾਡੇ ਨਾਲ ਤੁਸੀਂ ਆਪਣੇ ਵਿਚਾਰ ਜਿਹੜੇ ਆ 416 620 1778 ਤੇ ਕਾਲ ਕਰਕੇ ਦੇ ਸਕਦੇ ਹੋ। 4166201778। ਸਾਡੇ ਨਾਲ ਕਾਲਰ ਜਿਹੜੇ ਜੁੜੇ ਨੇ 9053 ਤੁਹਾਡਾ ਲਾਸਟ ਡਿਜਿਟ ਹੈ ਜੀ। ਤੁਹਾਡੀ ਕਾਲ ਸ਼ਾਇਦ ਕੱਟ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਲਾਸਟ ਡਿਜਿਟ ਸੀਗਾ 9053। ਅਸੀਂ ਗੱਲ ਜਾਰੀ ਰੱਖਾਂਗੇ ਕਿ ਸਾਡਾ ਧਰਮ ਜਾਂ ਕੋਈ ਵੀ ਧਰਮ ਇਸ ਕਾਰਨ ਵੱਡਾ ਨਹੀਂ ਹੋ ਸਕਦਾ ਅਗਰ ਉਹ ਦੂਸਰੇ ਧਰਮ ਨੂੰ ਜਾਂ ਦੂਸਰੇ ਧਰਮ ਦੇ ਲੋਕਾਂ ਨੂੰ ਨੀਵਾਂ ਵਿਖਾਉਂਦਾ। ਸਾਡੀ ਸ਼ਾਨ ਇਸ ਚੀਜ਼ 'ਚ ਹੈ ਕਿ ਅਸੀਂ ਆਪਣੇ ਸਿਧਾਂਤਾਂ 'ਤੇ, ਸਾਡੇ ਗੁਰੂਆਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲੀਏ, ਔਰ ਉਹਨਾਂ ਰਸਤਿਆਂ ਦੇ ਉੱਤੇ ਚੱਲਦਿਆਂ ਹੋਇਆਂ ਸਾਨੂੰ ਡੈਫੀਨੇਟਲੀ ਇੱਜ਼ਤ ਮਿਲੇਗੀ। ਅਦਰਵਾਈਜ਼ ਅਸੀਂ ਆਪਣੇ ਹੀ ਗੁਰੂਆਂ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ, ਅਸੀਂ ਉਹਨਾਂ ਦੀ ਹੁਕਮ ਦੀ ਵੀ ਅਸੀਂ ਪਾਲਣਾ ਨਹੀਂ ਕਰ ਰਹੇ। ਤੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਬਿੱਲ ਆਉਂਦੇ ਰਹਿਣਗੇ, ਸਰਕਾਰਾਂ ਆਉਂਦੀਆਂ ਰਹਿਣਗੀਆਂ, ਮਗਰ ਕੁਛ ਲੋਕ ਆਪਣੇ ਏਜੰਡੇ ਵਾਸਤੇ ਤੁਹਾਨੂੰ ਔਰ ਸਾਨੂੰ ਵੱਖਰਾ ਕਰ ਰਹੇ ਨੇ, ਆਪਣੇ ਫਾਇਦੇ ਵਾਸਤੇ ਸਾਨੂੰ ਤੋੜ ਰਹੇ ਨੇ। ਉਹਦੇ ਵਿੱਚ ਕੋਈ ਇੱਕ ਧਰਮ, ਇੱਕ ਸਰਕਾਰ ਜ਼ਿੰਮੇਵਾਰ ਨਹੀਂ ਹੈ। ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਖੇਡਾਂ ਤੋਂ ਬਚੀਏ ਔਰ ਵੱਖਵਾਦ ਦਾ ਸ਼ਿਕਾਰ ਨਾ ਹੋਈਏ। ਸਾਡੇ ਨਾਲ ਹੋਰ ਵੀ ਬਹੁਤ ਕਾਲਰ ਜੁੜ ਚੁੱਕੇ ਨੇ। ਸਾਡੇ ਨਾਲ ਹਰੇਨ ਕੁਮਾਰ ਪਟੇਲ ਜੀ ਔਨ 에ਅਰ ਨੇ। ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ। सत श्री अकाल भाई साहब, नमस्कार। हाँ जी, सत श्री अकाल जी, नमस्कार जी। जी मैंने 115 से आपका अभी मैंने सुनना शुरू किया है। आपका नाम मुझे नहीं मालूम है, आपका नाम क्या है? मेरा नाम है जी, मैं कर्नल रुपिंदर हेर हूँ, रिटायर्ड इंडियन आर्मी का ऑफिसर हूँ और अभी कनेडियन हूँ। या कर्नल जी, आपको सुनकर बहुत अच्छा लगा, क्योंकि मैं कभी कभी जब भी गाड़ी में ड्राइव करते जब रेडियो सुनते हैं तो दूसरी चैनल पे लोग बहुत भड़काऊ बातें करते हैं, राइट? तो आप शायद पहले हो जो थोड़ी मतलब डिफरेंट बात करते हो और प्रो कनाडा, प्रो इंडिया बात करते हो, राइट? तो मुझे सिर्फ ये जानना है, क्योंकि मैं वो रैली में शामिल था, लास्ट संडे की जो रैली में शामिल था। मेरे साथ कुछ ऐसा गलत नहीं हुआ था, मगर दूसरे लोगों के साथ बहुत गलत हुआ था, और वो वीडियो भी आपने देखी है, राइट? सब लोग शेयर कर रहे हैं, सब लोग को मालूम है, ठीक है? तो मुझे सिर्फ ये जानना है कि भाई ये कौन पॉलिटिशियन है जिसने कंडेम किया और बाकी सब तो चुप है, राइट? आपने अभी ऐसा बोला। हाँ जी, मैंने जो पढ़ा है, एक अमरजोत संधू हैं, MPP हैं शायद ब्रैम्पटन वेस्ट के, उनका ट्वीट जो है वो मैंने ज़रूर पढ़ा है ट्विटर पे, जहां उन्होंने इसको कंडेम किया है और ये चीज़ बोली है बड़ी स्ट्रांगली कि देयर इज़ कि ये टॉलरेंस जो है, इनटॉलरेंस टुवर्ड्स वायलेंस जो है इज़ नॉन एक्सेप्टेबल। और मैंने किसी का जो है अभी तक ना ट्वीट पढ़ा है, जितनी मेरी जानकारी है एज ऑफ टुडे। जी बिल्कुल सही बोला आपने अमरजीत संधू का। मैंने भी मुझे याद आ गया कि मैंने भी ट्वीट देखा था वो। तो बहुत अच्छा, आप बहुत अच्छा बोल रहे हो, कंप्लीटली एग्री विथ यू वट एवर यू से। और आप इंडियन आर्मी में थे तो उसके लिए मैं आपका बहुत मतलब रिस्पेक्ट करता हूँ उसकी वजह से। और आपने जो भी मतलब 115 के बाद जो भी बोला वो सब मैंने सुना, मैं कंप्लीटली एग्री विथ यू। एंड आप जो बोलते हो उससे मैं भी अपील करना चाहूंगा इस रेडियो के माध्यम से कि भाई जो भी कम्युनिटी के लोग थे वहाँ पर, जो भी थे,
धमाल करने में, मस्ती करने में, वेंडलिज्म करने में, झंडा तोड़ने में, किसी को धक्का मारने में, वो लोगों को ऐसा नहीं करना चाहिए, क्योंकि उससे उन्हीं की बदनामी होती है। और आपने जैसे बोला कि जो नैरेटिव्स है वहाँ आपकी शायद कॉल जो है अरेंजी ड्रॉप हो गई है। 4166201778 416 620 1778 ਤੇ ਤੁਸੀਂ ਕੋਈ ਵੀ ਕਾਲ ਕਰਕੇ ਜਿਹੜਾ ਆ ਉਹ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨਾਲ ਹੋਰ ਵੀ ਕਾਲਰ ਜੁੜੇ ਨੇ। ਲਾਸਟ ਡਿਜਿਟ ਹੈਗਾ 9053। ਤੁਹਾਡਾ ਬਹੁਤ ਬਹੁਤ ਜੀ ਆਇਆਂ ਰੇਡੀਓ ਜ਼ਿੰਦਾਬਾਦ ਤੇ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਜੀ? ਮੈਂ ਬੜਪਾਲ ਉਡਾਲ ਬੋਲ ਰਿਹਾ ਜੀ। ਮੈਨੂੰ ਪਹਿਲਾਂ ਬੜੀ ਖੁਸ਼ੀ ਹੋਈ ਹੈ ਕਿ ਜਿਸ ਸਬਜੈਕਟ ਤੇ ਤੁਸੀਂ ਬੋਲ ਰਹੇ ਹੋ ਕੌਮ ਨੂੰ ਬਹੁਤ ਵਧੀਆ ਸੇਧ ਦੇ ਰਹੇ ਹੋ। ਥੈਂਕ ਯੂ ਜੀ। ਪਰ ਮੈਂ ਤੁਹਾਡਾ ਫੋਨ ਚਾਹੁੰਦਾ, ਮੈਂ ਤੁਹਾਡੇ ਨਾਲ ਥੋੜੀ ਜਿਹੀ ਲੰਬੀ ਗੱਲ ਕਰਨੀ ਚਾਹੁੰਦਾ ਜੀ। ਠੀਕ ਹੈ ਜੀ, ਬਿਲਕੁਲ। ਮੇਰੇ ਨਾਲ ਤੁਸੀਂ 647 618 1001 ਤੇ ਗੱਲ ਕਰ ਸਕਦੇ ਹੋ। 618 1001 1001 ਹਾਂਜੀ, ਠੀਕ ਹੈ ਜੀ। ਓਕੇ 647 ਹਾਂਜੀ ਜੀ, ਬਿਲकुल। ਬਹੁਤ ਮਿਹਰਬਾਨੀ ਜੀ। ਹਾਂਜੀ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਜਿਵੇਂ ਸਾਡੇ ਕਾਲਰਸ ਨੇ ਗੱਲ ਕੀਤੀ ਹੈ, ਸਾਡੇ ਨਾਲ ਹਰੇਨ ਜੀ ਤੁਸੀਂ ਦੁਬਾਰਾ ਜੁੜ ਚੁੱਕੇ ਹੋ। ਸੌਰੀ, ਅੱਗੇ ਤੁਹਾਡਾ ਕਾਲ ਕੱਟ ਗਈ ਸੀਗੀ। ਹਾਂਜੀ, ਤੁਸੀਂ ਆਪਣਾ ਪੁਆਇੰਟ ਜਰਾ ਜਾਰੀ ਰੱਖੋ। ਓਕੇ, ਹਾਂਜੀ ਰਜਿੰਦਰ ਜੀ, ਤੁਸੀਂ ਔਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਰੁਪਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ। ਮੈਂ ਤੁਹਾਡਾ ਸ਼ੋਅ, ਤੁਹਾਨੂੰ ਪਤਾ ਵੀ ਮੈਂ ਤੁਹਾਡਾ ਫੈਨ ਆ। ਮੈਂ ਰੋਜ਼ ਜਦੋਂ ਵੀ ਸੰਡੇ ਨੂੰ ਤੁਹਾਡਾ ਸ਼ੋਅ ਹੁੰਦਾ ਮੈਂ ਸੁਣਦਾ। ਯੂ ਬ੍ਰਿੰਗਿੰਗ ਸੱਚ ਅ ਬਿਊਟੀਫੁਲ ਟੌਪਿਕ ਥੈਂਕ ਫॉर ਯੂ ਦ ਕਮਿਊਨਿਟੀ ਪਰਪਸ। ਮੈਂ ਇਹਦੇ ਲਈ ਕੋਈ ਦੁਨੀਆ ਮੈਂ ਤੁਹਾਡਾ ਕਿੱਦਾਂ ਥੈਂਕ ਯੂ ਕਰਾਂ ਕਿ ਤੁਸੀਂ ਕਿੰਨੀ ਅਵੇਅਰਨੈਸ ਜਗਾਤ ਕਰ ਰਹੇ ਆ ਕਮਿਊਨਿਟੀ ਦੇ ਵਿੱਚ ਕਿ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਆ। ਔਰ ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬਣਦਾ ਇਹਨਾਂ ਚੀਜ਼ਾਂ ਉੱਤੇ ਗੱਲ ਕਰੀਏ। ਆਪਣੇ ਜਿਨ੍ਹਾਂ ਵੀ ਲੋਕਾਂ ਨਾਲ ਅਸੀਂ ਮਿਲਦੇ ਵਰਤਦੇ ਹਾਂ, ਅਸੀਂ ਸਾਰਿਆਂ ਨੂੰ ਦੱਸੀਏ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੋ ਹੋ ਜਾ ਰਹੀ ਹੈ 2-3 ਵੀਕਾਂ ਤੋਂ। ਰੋਜ਼ ਅਸੀਂ ਨਿਊਜ਼ਾਂ ਵੀ ਸੁਣਦੇ ਪਏ ਹਾਂ, ਰੋਜ਼ ਅਸੀਂ ਟਵੀਟ ਵੀ ਦੇਖ ਰਹੇ ਹਾਂ, ਹਰ ਚੀਜ਼ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਪਰ ਬੜੀ ਸ਼ਰਮ ਦੀ ਗੱਲ ਆ ਸਾਡੇ ਵਾਸਤੇ ਕਿ ਅਸੀਂ ਇੱਕ ਐਕਟਿਵ ਸੋਹਣੀ ਕਮਿਊਨਿਟੀ ਹੋਣ ਦੇ ਬਾਵਜੂਦ ਅਸੀਂ ਵੱਡੀਆਂ ਪਾ ਰਹੇ ਹਾਂ ਇੱਕ ਦੂਜੇ ਦੇ ਨਾਲ। ਅਸੀਂ ਹੁਣ 30-40 ਸਾਲ ਤੋਂ ਕੈਨੇਡਾ ਰਹਿ ਰਹੇ ਹਾਂ, ਕਦੀ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਸੀ ਕਿ ਜਿੱਦਾਂ ਇੱਥੇ ਹੋਣਗੀਆਂ ਜੀ। ਇਹ ਚੰਦ ਬੰਦਿਆਂ ਦੀ ਖਾਤਰ ਇਹ ਚੀਜ਼ਾਂ ਨੂੰ ਸਾਨੂੰ ਸਫਰ ਕਰਨਾ ਪੈ ਰਿਹਾ। ਅਸੀਂ ਤਾਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਬੰਦ ਕਰੋ। ਨਹੀਂ ਚੰਗਾ ਲੱਗਦਾ ਸਾਰੇ ਇਕੱਠੇ ਹੋ ਕੇ ਚੱਲੀਏ। ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਾਈ ਅਸੀਂ ਸਾਡੇ ਹੋਏ। ਹਰ ਧਰਮ ਦਾ ਡਿਫਰੈਂਟ ਰੂਟਸ ਹੈਗਾ, ਪਰ ਬੇਸਿਕਲੀ ਵੀ ਆਰ ਅੰਡਰ ਵਨ ਅੰਬਰੇਲਾ। ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ, ਕੋਈ ਮੁਸਲਿਮ ਨੂੰ ਮੰਨਦਾ, ਕੋਈ ਹਿੰਦੂਜ਼ਮ ਨੂੰ ਮੰਨਦਾ, ਪਰ ਅਸੀਂ ਅੰਬਰੇਲਾ ਬੇਸਿਕਲੀ ਗੋਡ ਤਾਂ ਇੱਕ ਆ ਸਾਰਿਆਂ ਲਈ ਜੀ। ਪਰਮਾਤਮਾ ਇੱਕ ਆ, ਸਿਰਫ ਮੰਨਣ ਦੇ ਤਰੀਕੇ ਡਿਫਰੈਂਟ ਆ। ਅਸੀਂ ਜੇ ਆਪਣੇ ਧਰਮ ਨੂੰ ਫੋਲੋ ਕਰਦੇ ਹਾਂ, ਅਸੀਂ ਕੋਈ ਵੀ ਏਦਾਂ ਦੀ ਗਲਤ ਕੰਮ ਨਹੀਂ ਕਰਾਂਗੇ ਕਿ ਜਿਹਦਾ ਕਮਿਊਨਿਟੀਆਂ ਦੇ ਵਿੱਚ ਡਿਵਾਈਡ ਆਵੇ। ਬਿਲਕੁਲ ਜੀ, ਤੁਸੀਂ ਸਹੀ ਗੱਲ ਕੀਤੀ ਹੈ। ਸ਼ਾਇਦ ਧਰਮ ਜਿਹੜੇ ਬਣੇ ਸੀਗੇ ਕਿਸੇ ਚੰਗੇ ਕੰਮ ਲਈ ਬਣੇ ਸੀ, ਮਗਰ ਅੱਜ ਜਦੋਂ ਅਸੀਂ ਵੇਖਦੇ ਹਾਂ ਸ਼ਾਇਦ ਸਾਨੂੰ ਇਹ ਲੱਗਦਾ ਕਿ ਕਿਤੇ ਇੱਥੋਂ ਤੱਕ ਸਿਚੁਏਸ਼ਨ ਨਾ ਆ ਜਾਏ ਕਿ ਜਿਵੇਂ ਨਵੀਂ ਪੀੜ੍ਹੀ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਿ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ, ਮੈਂ ਸਿਰਫ ਆਪਣੀ ਕੌਨਸ਼ੀਅੰਸ ਨੂੰ ਮੰਨਦਾ, ਮੈਂ ਸਿਰਫ ਆਪਦੀ ਆਤਮਾ ਦੀ ਆਵਾਜ਼ ਸੁਣਦਾ। ਕਿ ਕਿਤੇ ਸ਼ਾਇਦ ਸਾਡੀ ਵੰਡਾਂ ਜਿਹੜੀਆਂ ਨੇ ਉਹ ਬੈਟਰ ਹੋ ਸਕਣ। ਜਿਹੜੇ ਕੰਮ ਲਈ ਧਰਮ ਬਣੇ ਸੀਗੇ ਉਹ ਸ਼ਾਇਦ ਇਸ ਵੇਲੇ ਉਹਦਾ ਨੈਗੇਟਿਵ ਜ਼ਿਆਦਾ ਇਸਤੇਮਾਲ ਹੋ ਰਿਹਾ ਬਜਾਏ ਕਿ ਉਹ ਪੋਜ਼ੀਟਿਵ ਜਿਹੜਾ ਸਾਨੂੰ ਇਕੱਠੇ ਕਰਨ। ਵੈਰੀ ਟਰੂ ਭਾਜੀ, ਕਿਉਂਕਿ ਰੱਬ ਤੁਹਾਡੇ ਅੰਦਰ ਵਸਦਾ। ਤੁਸੀਂ ਆਪਣੀ ਆਤਮਾ ਨੂੰ ਪੁੱਛ ਕੇ ਦੇਖੋ, ਤੁਸੀਂ ਕੋਈ ਕੰਮ ਗਲਤ ਕਰ ਰਹੇ ਆ, ਤੁਹਾਨੂੰ ਆਤਮਾ ਤੁਹਾਡੀ ਦੱਸਦੀ ਤੂੰ ਗਲਤ ਕਰ ਰਿਹਾ ਭਾਈ, ਇਹ ਕਿਉਂ ਕਰ ਰਿਹਾ। ਹੁਣ ਜਿੱਦਾਂ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕਰ ਰਹੇ ਆ, ਕਿਸੇ ਪੋਲੀਟੀਸ਼ੀਅਨ ਨਹੀਂ ਬੋਲਿਆ, ਕਿਉਂ ਨਹੀਂ ਬੋਲਿਆ? ਇੱਕ ਵੇਖੋ, ਮੈਂ ਇੱਥੇ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ। ਮੈਂ ਕੱਲ ਹੀ ਸ਼ਾਮ ਨੂੰ ਜਿਹੜਾ ਆ ਟਵੀਟ ਪੜ੍ਹਿਆ ਆ, ਅਮਰਜੋਤ ਸੰਧੂ ਬਰੈਂਪਟਨ MPP ਹੈਗੇ ਆ ਵੈਸਟ ਦੇ, ਉਹਨਾਂ ਨੇ ਟਵੀਟ ਕੀਤਾ ਆ ਇਹਦੇ ਬਾਰੇ। ਔਰ ਹੈਰਾਨੀ ਇਹ ਹੋਈ ਆ ਕਿ ਉਹਦੇ ਥੱਲੇ ਐਸੇ ਮੈਸੇजेस ਨੇ ਜਿੱਥੇ ਕਿ ਲੋਕਾਂ ਨੇ ਉਹਨਾਂ ਨੂੰ ਗਦਾਰ ਵੀ ਕਿਹਾ, ਐਂਟੀ ਫਾਰਮਰ ਵੀ ਕਹਿ ਦਿੱਤਾ, ਕਿਉਂਕਿ ਉਹਨਾਂ ਨੇ ਗਲਤ ਨੂੰ ਗਲਤ ਕਿਹਾ। ਹੈਰਾਨੀ ਇਹ ਹੈ ਕਿ ਸਾਡੀ ਇਹ ਸੋਚ ਕਿੱਥੇ ਸਾਨੂੰ ਖੜੇਗੀ। ਇਹ ਚੀਜ਼ ਗਲਤ ਗੱਲ ਆ। ਜਿਹਨੇ ਵੀ ਕੀਤੀ ਆ, ਜੇ ਇੱਕ ਬੰਦਾ ਗਲਤ ਬੋਲਦਾ ਤਾਂ ਨਾਲ 4 ਹੋਰ ਖੜੇ ਹੋ ਕੇ ਉਹਨੂੰ ਕਹਿੰਦੇ ਹਾਂ ਵੀ ਤੂੰ ਸਹੀ ਕਰ ਰਿਹਾ, ਉਹ ਫਿਰ ਕਮਿਊਨਿਟੀ ਡੈਫੀਨੇਟਲੀ ਡਿਵਾਈਡ ਹੋਣੀ ਹੈ। ਪਰ ਇਹ ਨਹੀਂ ਹੋਣਾ ਚਾਹੀਦਾ, ਸਾਨੂੰ ਕੰਡੈਮ ਕਰਨਾ ਚਾਹੀਦਾ। ਜਿਹੜੀ ਚੀਜ਼ ਗਲਤ ਹੈ ਗਲਤ ਆ। ਹੁਣ ਦੇਖੋ, ਮੇਅਰ ਲੈ ਲਓ ਜਾਂ ਦੂਜੇ ਲੈ ਲਓ, ਬ੍ਰਹਮ ਤੇ ਜਿੱਥੇ ਇਹ ਚੀਜ਼ ਹੋਈ ਆ, ਕਿਉਂ ਨਹੀਂ ਕੋਈ ਬੰਦਾ ਅਜੇ ਤੱਕ ਬੋਲਿਆ? ਕਿਸੇ ਬੰਦੇ ਨੇ ਕੋਈ ਸਟੇਟਮੈਂਟ ਨਹੀਂ ਅਜੇ ਤੱਕ ਦਿੱਤੀ। 2-3 ਵੀਕ ਹੋ ਗਏ ਆ। ਤੇ ਇਹ ਨਹੀਂ ਚੀਜ਼ ਹੋਣੀ ਚਾਹੀਦੀ ਸੀ। ਅਸੀਂ ਨੂੰ ਕੰਡੈਮ ਕਰਦੇ ਹਾਂ। ਨੋਬਡੀ ਇਵਨ ਟਾਕ। ਯੋਧਵੀਰ ਨੇ ਵੀ ਪਰਸੋਂ ਚੌਥ ਮੇਰੇ ਨਾਲ ਇਸ ਟੌਪਿਕ ਤੇ ਗੱਲ ਕੀਤੀ ਸੀ। ਉਹਨੇ ਕਿਹਾ ਮੇਅਰ ਨੂੰ ਦੱਸਣਾ ਚਾਹੀਦਾ, ਬੈਠਕ ਬੁਲਾਉਣ ਨੂੰ ਆਉਣਾ ਚਾਹੀਦਾ ਫਰੰਟ ਤੇ, ਕਿਉਂ ਇਹ ਚੀਜ਼ ਹੋਈ ਆ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ। ਬਿਲਕੁਲ ਸਹੀ ਗੱਲ ਹੈ
ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ ਆ। ਤੁਸੀਂ ਹਮੇਸ਼ਾ ਹੀ ਬੈਕ ਐਂਡ ਤੇ ਕਮਿਊਨਿਟੀ ਨੂੰ ਇਕੱਠਾ ਰੱਖਣ 'ਚ ਬਹੁਤ ਯੋਗਦਾਨ ਦਿੰਦੇ ਹੋ। ਹਮੇਸ਼ਾ ਹੀ ਦੇਖੋ ਸਾਡੀ ਇੰਨੇ ਸਾਲਾਂ 'ਚ ਅਸੀਂ ਤਾਂ ਹਮੇਸ਼ਾ ਹੀ ਟਰਾਈ ਕਰਦੇ ਹਾਂ। ਸਾਡੇ ਵਾਸਤੇ ਅਸੀਂ ਸਾਰੇ ਸੇਮ, ਕੋਈ ਡਿਫਰੈਂਸ ਨਹੀਂ ਹੈਗਾ ਹਿੰਦੂ ਮੁਸਲਿਮ 'ਚ, ਸਾਰੇ ਐਵਰੀਬਡੀ ਸੇਮ। ਜੇ ਕਿਸੇ ਦੀ ਗਲਤੀ ਆ ਉਹਨੂੰ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ, ਭਾਈ ਤੁਹਾਡੇ ਬੰਦੇ ਆ ਕੰਮ ਕਰ ਰਹੇ ਆ, ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਉਹਦੇ 'ਚ ਕਹੀਏ ਤੇ ਤੁਹਾਡੇ ਲੋਕਾਂ ਨੇ ਗਲਤ ਕੀਤਾ, ਇਹ ਨਹੀਂ ਹੋਣਾ ਚਾਹੀਦਾ, ਪਰ ਅੱਗੇ ਤੋਂ ਨਹੀਂ ਹੋਏਗਾ। ਪਰ ਕੋਈ ਕਵੇ ਤਾਂ ਸਹੀ ਆ ਕੇ ਪਰ ਸਾਰੇ ਬੰਦੇ ਜੇ 4 ਬੰਦੇ ਗਲਤ ਕਰਦੇ 10 ਬੰਦੇ ਕਹਿੰਦੇ ਤੁਸੀਂ ਬਹੁਤ ਸਹੀ ਕੀਤਾ, ਉਹ ਫਿਰ ਉਹਦੇ ਨਾਲ ਕੁੜੱਤਣ ਜਿਹੜੀ ਆ ਕਮਿਊਨਿਟੀ ਦੇ ਵਿੱਚ ਜ਼ਿਆਦਾ ਵੱਧ ਰਹੀ ਆ। ਇਹਨੂੰ ਇੱਥੇ ਹੀ ਸਟਾਪ ਕਰਨਾ ਚਾਹੀਦਾ, ਨਹੀਂ ਤਾਂ ਇਨ ਫਿਊਚਰ ਵਾਸਤੇ ਬਹੁਤ ਮਾੜੇ ਦੇ ਨਤੀਜੇ ਨਿਕਲਣਗੇ ਔਰ ਆਪਣੇ ਬੱਚਿਆਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਬਣ ਜਾਏਗੀ ਫਿਊਚਰ ਲਈ। ਬਿਲਕੁਲ ਜੀ, ਅਸੀਂ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਇਹਨੂੰ ਸਟਾਪ ਕਰੀਏ। ਠੀਕ ਹੈ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ, ਥੈਂਕ ਯੂ, ਵੈਲਕਮ ਜੀ। ਬਿਲਕੁਲ ਸਹੀ ਗੱਲ ਹੈ। ਸਾਨੂੰ ਨਰਿੰਦਰ ਸੈਣੀ ਜੀ ਨੇ ਵੀ ਮੈਸੇਜ ਭੇਜਿਆ ਹੈ ਖਾਸ ਤੌਰ 'ਤੇ ਕਿ ਇਹ ਜਿਹੜੀ ਚੀਜ਼ ਹੈ ਇਹ ਵਾਕਿਆ ਹੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਇਹ ਗੱਲ ਦੇ ਉੱਤੇ ਸਾਨੂੰ ਇੱਥੇ ਤੱਕ ਨਹੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਣਾ ਚਾਹੀਦਾ ਕਿ ਇਹ ਸਿਰਫ ਜਿਹੜੇ ਆ 1 ਤਾਂ 2% ਲੋਕ ਨੇ। ਮੈਂ ਜਿਵੇਂ ਗੱਲ ਅੱਗੇ ਵੀ ਕੀਤੀ ਹੈ, ਇੱਕ ਸੈੱਲ ਜਿਹੜਾ ਕੈਂਸਰ ਦਾ ਪੂਰੇ ਸਰੀਰ ਨੂੰ ਖਾ ਜਾਂਦਾ ਆ ਔਰ ਇਹੀ 1% ਜਿਹੜੇ ਲੋਕ ਨੇ, ਜੇ ਅਸੀਂ ਚੁੱਪ ਰਹੇ, ਜੇ ਅਸੀਂ ਸਵਾਲ ਨਹੀਂ ਕੀਤਾ, ਜੇ ਅਸੀਂ ਆਵਾਜ਼ ਨਹੀਂ ਉਠਾਈ ਇਕੱਠੇ ਹੋ ਕੇ ਇਕੱਠੇ ਰਹਿਣ ਦੀ, ਤੇ ਇਹ 1% ਜਿਹੜੇ ਆ ਬਾਕੀ 99% ਦੇ ਹਾਵੀ ਹੋ ਸਕਦੇ ਨੇ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗਲਤ ਨੂੰ ਗਲਤ ਕਹੀਏ, ਸਹੀ ਨੂੰ ਸਹੀ ਕਹੀਏ ਔਰ ਅਸੀਂ ਅਗਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜਾਂ ਹਿੰਦੂ ਕਹਾਉਂਦੇ ਆ ਤੇ ਸੱਚੇ ਸਿੱਖ ਬਣੀਏ ਔਰ ਸੱਚੇ ਹਿੰਦੂ ਬਣੀਏ, ਨਾ ਕਿ ਸਿਰਫ ਅਸੀਂ ਪਹਿਰਾਵਿਆਂ ਤੱਕ ਆਪਣੇ ਆਪ ਨੂੰ ਜਿਹੜਾ ਆ ਸੀਮਤ ਰੱਖੀਏ। ਸਹੀ ਸਿੱਖ ਸਿਧਾਂਤ, ਗੁਰੂ ਨੂੰ ਮੰਨਣਾ ਜ਼ਰੂਰੀ ਨਹੀਂ, ਗੁਰੂ ਦੀ ਮੰਨਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਲੈਟਸ ਬੀ ਗੁੱਡ ਸਿੱਖ, ਲੈਟਸ ਬੀ ਗੁੱਡ ਹਿੰਦੂ ਐਂਡ ਲੈਟਸ ਬੀ ਗੁੱਡ ਮੁਸਲਿਮ ਐਂਡ ਟੁਗੇਦਰ ਅਸੀਂ ਜਿਹੜੇ ਆ ਵਧੀਆ ਇੱਕ ਕੈਨੇਡੀਅਨ ਬਣਾਂਗੇ। ਔਰ ਜਿਹੜੇ ਕਰਕੇ ਅਸੀਂ ਕੈਨੇਡਾ 'ਚ ਆਏ ਆ ਉਹਦੇ ਵਾਸਤੇ ਇਸ ਸਿਸਟਮ ਨੂੰ ਪ੍ਰੋਟੈਕਟ ਕਰਨਾ ਸਾਡਾ ਬਹੁਤ ਬਹੁਤ ਜ਼ਰੂਰੀ ਹੈ। ਜਗਤਾਰ ਨਿੱਜਰ ਜੀ, ਬੇਸ਼ੱਕ ਇਹ ਥੋੜ੍ਹੇ ਐਲੀਮੈਂਟ ਨੇ ਮਗਰ ਇਹ ਉਸੇ ਕੈਂਸਰ ਦੇ ਸੈੱਲ ਦੀ ਤਰ੍ਹਾਂ ਨੇ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਔਰ ਸਾਨੂੰ ਸਾਰਿਆਂ ਨੂੰ, ਸਾਡੀ ਸਾਰੀ ਕਮਿਊਨਿਟੀ ਨੂੰ ਔਰ ਪੂਰੇ ਇੰਡੋ ਕੈਨੇਡੀਅਨ ਲਈ ਸ਼ਰਮ ਦਾ ਕਾਰਨ ਬਣ ਰਹੇ ਨੇ। ਅੱਜ ਜਿਹੜੇ ਕੈਨੇਡੀਅਨ ਲੋਕ ਨੇ ਉਹ ਸ਼ਾਇਦ ਸਾਡੇ ਤੇ ਸਾਰਿਆਂ 'ਤੇ ਹੀ ਹੱਸ ਰਹੇ ਹੈ ਕਿ ਵੇਖੋ ਇਹ ਕਿਵੇਂ ਇਹ ਲੋਕ ਜਿਹੜੇ ਆ ਆਪਸ ਵਿੱਚ ਜਿਹੜੇ ਆ ਇਹ ਲੜੀ ਜਾ ਰਹੇ ਨੇ। ਔਰ ਇਹਦਾ ਸਭ ਤੋਂ ਵੱਡਾ ਫਾਇਦਾ ਜੇ ਹੈ ਕਿਸੇ ਨੂੰ ਤਾਂ ਉਹ ਪੋਲੀਟੀਸ਼ੀਅਨਸ ਨੂੰ ਹੈ, ਕਿਉਂਕਿ ਅਸੀਂ ਉਹਨਾਂ ਨੂੰ ਸਹੀ ਮੁੱਦਿਆਂ ਦੇ ਉੱਤੇ ਸਵਾਲ ਨਹੀਂ ਕਰਾਂਗੇ ਜਿਹਦੇ ਲਈ ਉਹਨਾਂ ਨੂੰ ਅਸੀਂ ਚੁਣਿਆ ਸੀ। ਬਰੈਂਪਟਨ ਦੇ ਵਿੱਚ ਹਸਪਤਾਲ ਦੇ ਉੱਤੇ ਸਵਾਲ ਨਹੀਂ ਹੋਏਗਾ, ਇਮੀਗ੍ਰੇਸ਼ਨ ਦੇ ਉੱਤੇ ਕੋਈ ਸਵਾਲ ਨਹੀਂ ਹੋਏਗਾ, ਕੋਈ ਕੋਵਿਡ ਦੇ ਉੱਤੇ ਕੋਈ ਸਵਾਲ ਨਹੀਂ ਹੋਏਗਾ, ਕੋਈ ਤਰੱਕੀ ਉੱਤੇ ਸਵਾਲ ਨਹੀਂ ਹੋਏਗਾ, ਕੋਈ ਹਾਈਵੇ ਦੇ ਉੱਤੇ ਸਵਾਲ ਨਹੀਂ ਹੋਏਗਾ। ਇਹੀ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਲਈ ਚੰਗਾ ਹੈ ਕਿ ਲੋਕ ਆਪਸ ਵਿੱਚ ਲੜੀ ਜਾਣ ਔਰ ਇਹਨਾਂ ਨੂੰ ਉਹੋ ਜਿਹੀ ਬਿਆਨਬਾਜ਼ੀ ਜਿਹੜੀ ਆ ਦੇਤੀ ਜਾਏ ਜਿਹਦੇ ਨਾਲ ਇਹ ਰੁੱਝੇ ਰਹਿਣ, ਤਾਂ ਕਿ ਸਹੀ ਮੁੱਦਿਆਂ ਦੀ ਕੋਈ ਯੂਨੀਵਰਸਿਟੀ ਦੀ ਗੱਲ ਨਾ ਕਰੇ, ਕੋਈ ਸਿਟੀ ਦੇ ਟੈਕਸਿਸ ਦੇ ਬਾਰੇ ਗੱਲ ਨਾ ਕਰੇ, ਕੋਈ ਇੱਥੇ ਦੇ ਇਨਫਰਾਸਟ੍ਰਕਚਰ ਦੀ ਗੱਲ ਨਾ ਕਰੇ, ਕੋਈ ਇਹ ਨਾ ਸਵਾਲ ਪੁੱਛ ਸਕੇ ਕਿ ਸਾਡੀ ਇਮੀਗ੍ਰੇਸ਼ਨ ਦੇ ਵਿੱਚ ਕੀ ਫਲॉज ਨੇ, ਸਾਡੇ ਜੋ ਇਮੀਗ੍ਰੇਸ਼ਨ ਫਰਾਡਸ ਹੋ ਰਹੇ ਨੇ, ਜੋ ਇੰਨੇ ਲੋਕ ਐਕਸਪਲੋਇਟ ਹੋ ਰਹੇ ਨੇ, ਸਟੂਡੈਂਟਸ ਕੈਸ਼ ਦੇ ਕੇ, ਬਹੁਤ ਸਾਰੇ ਲੋਕ ਹੋਰ ਬੜੇ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਸਾਡੀ ਚੋਰੀਆਂ ਹੋ ਰਹੀਆਂ ਨੇ, ਪੁਲਿਸ ਨੂੰ ਕੀ ਰਿਸੋਰਸਿਸ ਚਾਹੀਦੇ ਨੇ। ਇਹ ਕਈ ਹਜ਼ਾਰਾਂ ਹੀ ਐਸੇ ਸਵਾਲ ਨੇ ਜਿਹਦੇ ਉੱਤੇ ਅਸੀਂ ਸਾਰੇ ਚੁੱਪ ਬੈਠੇ ਹਾਂ, ਕਿਉਂਕਿ ਅਸੀਂ ਸਿਰਫ ਇਸੇ ਚੀਜ਼ ਦੀ ਲੜਾਈ ਲੜੀ ਜਾ ਰਹੇ ਹਾਂ ਕਿ ਕਿਹੜਾ ਧਰਮ ਵੱਡਾ ਹੈ ਤੇ ਕਿਹੜਾ ਚੰਗਾ ਹੈ ਤੇ ਕਿਹੜਾ ਵਧੀਆ ਹੈ ਤੇ ਕਿਹੜਾ ਮਾੜਾ। ਸਾਡੇ ਨਾਲ ਕਾਲਰ ਹੋਰ ਵੀ ਬਹੁਤ ਜੁੜ ਚੁੱਕੇ ਆ। 0055 ਤੁਸੀਂ ਔਨ ਦਾ 에ਅਰ ਜੀ, ਰੇਡੀਓ ਜ਼ਿੰਦਾਬਾਦ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਮੈਂ ਨਰਿੰਦਰ ਸੈਣੀ ਬੋਲ ਰਿਹਾ। ਹਾਂਜੀ ਸੈਣੀ ਜੀ, ਬਹੁਤ ਬਹੁਤ ਸਵਾਗਤ। ਮੈਂ ਪਹਿਲਾਂ ਤਾਂ ਗੁਸਤਾਖੀ ਮਾਫ, ਤੁਹਾਡਾ ਟਾਈਮ ਲੈ ਰਿਹਾ। ਕੱਲ ਆਪਾਂ 2 ਘੰਟੇ ਇਸੇ ਚੀਜ਼ ਤੇ ਲਗਾਏ। ਮੈਂ ਤੁਹਾਡਾ ਪ੍ਰੋਗਰਾਮ ਹੁਣ ਫਿਰ ਸੁਣ ਰਿਹਾ ਸੀ ਤਾਂ ਮੇਰੇ ਤੋਂ ਰਿਹਾ ਨਹੀਂ ਗਿਆ, ਮੈਸੇਜ ਵੀ ਭੇਜਿਆ ਤੇ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਇਹ 2 ਸ਼ਬਦ ਕਹਿਣਾ ਜ਼ਰੂਰ ਚਾਹੂੰਗਾ। ਜ਼ਰੂਰ ਜੀ, ਪਲੀਜ਼। ਇਹ ਤੋਂ ਵਧੀਆ ਮੈਸੇਜ, ਜਿਸ ਤਰੀਕੇ ਨਾਲ ਡਿਟੇਲਡ ਮੈਸੇਜ ਔਰ ਅੱਗੇ ਪਿੱਛੇ ਸਾਰਾ ਸਮਝਾ ਕੇ ਤੁਸੀਂ ਮੈਸੇਜ ਦਿੱਤਾ, ਇਹ ਤੋਂ ਵਧੀਆ ਤਰੀਕੇ ਨਾਲ ਔਰ ਇਹ ਤੋਂ ਵਧੀਆ ਬੋਲਡਲੀ ਕੋਈ ਮੈਸੇਜ ਦਿੱਤਾ ਨਹੀਂ ਜਾ ਸਕਦਾ। ਮਿਹਰਬਾਨੀ। ਲੇਕਿਨ ਅਫਸੋਸ ਇਹ ਹੈ ਕਿ ਜਿਨ੍ਹਾਂ ਲਈ ਮੈਸੇਜ ਹੈ ਇਹ ਉਹਨਾਂ ਦੇ ਦਿਮਾਗ 'ਚ ਪਏਗਾ। ਅਗਰ ਘੜਾ ਜਿੱਡਾ ਮਰਜ਼ੀ ਸਾਈਜ਼ ਵੱਡਾ ਹੋਵੇ ਔਰ ਜਿੰਨਾ ਮਰਜ਼ੀ ਮੀਂਹ ਪੈਂਦਾ ਹੋਵੇ, ਅਗਰ ਉਹਨੂੰ ਪੁੱਠਾ ਕਰਕੇ ਰੱਖਿਆ ਆ ਤਾਂ ਉਹਦੇ 'ਚ ਪਾਣੀ ਦੀ ਇੱਕ ਬੂੰਦ ਨਹੀਂ ਜਾ ਸਕਦੀ।
ਔਰ ਛੋਟੇ ਤੋਂ ਛੋਟਾ ਕਟੋਰਾ ਹੋਵੇ, ਜੇ ਉਹਨੂੰ ਸਿੱਧਾ ਕਰਕੇ ਰੱਖਿਆ ਹੋਵੇ ਤੇ ਅਗਰ 4 ਬੂੰਦਾਂ ਵੀ ਪਾਣੀ ਦੀਆਂ ਪਾਉਣਗੀਆਂ ਤਾਂ ਉਹਦੇ ਵਿੱਚ ਜਾਣਗੀਆਂ। ਸੈਣੀ ਸਾਹਿਬ, ਗੱਲ ਇਹ ਹੈ ਕਿ ਜਦੋਂ ਵੀ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ, ਸ਼ਾਇਦ ਕਿਤੇ ਨਾ ਕਿਤੇ ਕਦੀ ਨਾ ਕਦੀ ਇਸ ਉਮੀਦ 'ਚ ਕਿ ਜਿਹੜੀ ਆ ਜਾਗਰੂਕਤਾ ਜਿਹੜੀ ਆਏਗੀ, ਸੁਣਨ ਵਾਲੇ ਜਿਹੜੇ ਲੋਕ ਆ ਉਹ ਤਗੜੇ ਹੋਣਗੇ, ਇਕੱਠੇ ਹੋਣਗੇ। ਮੈਂ ਤੁਹਾਡੀ ਗੱਲ ਨਾਲ 100% ਨਹੀਂ, ਜਿੰਨੇ 1000% ਕਹਿ ਲਓ ਉਹ ਬਾਤ ਸਹਿਮਤ ਹੈ, ਕਿਉਂਕਿ ਜਿਹੜਾ ਤੁਸੀਂ ਇਹ ਗੱਲ ਕੀਤੀ ਨਾ, ਇਦਾਂ ਦੇ 1% ਵੀ ਨਹੀਂ ਹੈ। ਮੈਂ ਇਹ ਕੱਲ ਵੀ ਆਪਾਂ ਮੀਟਿੰਗ 'ਚ ਡਿਸਕਸ ਕਰ ਰਹੇ ਸੀ, 1% ਵੀ ਨਹੀਂ ਹੈ, ਹਜ਼ਾਰਾਂ 'ਚ ਇੱਕ ਹੋਊਗਾ, ਹੈ ਨਾ। ਉਹ ਵੀ ਕਿਸੇ ਦੇ ਅੱਗ ਲੱਗ ਕੇ ਭੜਕਾਉਣ ਦੇ, ਕਿਸੇ ਨੂੰ ਐਕਸਪਲਾਇਟ ਕਰਦੇ ਆ ਕਰ, ਕਿਸੇ ਨੂੰ ਧਰਮ ਦੀ, ਜਾਤ ਦੀ, ਇਹ ਸਾਰਾ ਦਿਖਾ ਕੇ ਉਹਨੂੰ ਕਿਹਾ ਜਾਵੇ ਕਿ ਤੂੰ ਤੇ ਇਹ ਆ ਤਾਂ ਤੂੰ ਤੇ ਉਹ ਆ, ਬਾਕੀ ਤਾਂ ਐਵੇਂ ਹੀ ਆ, ਕੀੜੀਆਂ ਮਕੌੜੀਆਂ ਆ, ਤਾਂ ਉਹ ਹਵਾ 'ਚ ਆ ਜਾਂਦੇ ਆ ਔਰ ਬਾਅਦ 'ਚ ਉਹ ਪਛਤਾਉਂਦੇ। ਜਿਹੜੇ ਪਿੱਛੇ ਕਰਨ ਕਰਵਾਉਣ ਵਾਲੇ ਉਹ ਆਪਣੇ ਮਜ਼ੇ ਲੈਂਦੇ, ਚੁੱਪ ਕਰਕੇ ਬੈਠੇ ਰਹਿੰਦੇ ਆ। ਇਹ ਬਹੁਤ ਵਧੀਆ ਜਿਹੜੀ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਆ 100%। ਕਿਸੇ ਵੀ ਤਰੀਕੇ ਨਾਲ ਜਿਹੜਾ ਗਲਤ ਹੈ ਸੋ ਗਲਤ ਹੈ, ਇਹ ਜਿਹੜਾ ਸਹੀ ਹੈ ਸੋ ਸਹੀ ਹੈ। ਜਿਸ ਤਰੀਕੇ ਦਾ ਇਹ ਕੈਂਸਰ ਸਮਾਜ ਦੇ ਵਿੱਚ ਫੈਲਦਾ ਜਾ ਰਿਹਾ, ਇੱਥੇ ਜਿੱਦਾਂ ਦਾ ਅਸੀਂ ਛੱਡ ਕੇ ਪਿੱਛੇ ਆਏ ਸੀ ਉਹ ਤੋਂ ਵੀ ਘਟੀਆ ਇੱਥੇ ਸ਼ੁਰੂ ਹੋ ਗਿਆ। ਇਹ ਕੈਂਸਰ ਜਿਹੜਾ ਨਾ ਸਾਡੀਆਂ ਆਉਣ ਵਾਲੀਆਂ ਔਲਾਦਾਂ ਜਿਹੜੀਆਂ ਨਾ ਉਹਨਾਂ ਵਾਸਤੇ ਬਹੁਤ ਹੀ ਘਾਤਕ ਹੋਏਗਾ। ਔਰ ਇਹ ਚੀਜ਼ ਸਮਝ ਨਹੀਂ ਆ ਰਹੀ ਇਹਨਾਂ ਬੰਦੇ ਨੂੰ, ਕਰਨ ਵਾਲਿਆਂ ਨੂੰ, ਕਿ ਇਹਦੇ ਨਾਲ ਸਾਡੇ ਸਿਰ 'ਚ ਖੁਦ ਤੇ ਆਪਣੇ ਸਿਰ 'ਚ ਸੁਆਹ ਪੈਂਦੀ ਆ। ਪਹਿਲਾਂ ਉੱਥੇ ਇੰਡੀਆ ਦੇ ਵਿੱਚ ਜਿਹੜਾ ਲਾਲ ਕਿਲੇ ਤੋਂ ਹੋਇਆ, ਉਹਦੇ ਨਾਲ ਦੇਖੋ ਤੁਸੀਂ ਨੁਕਸਾਨ ਕਿਹਨੂੰ ਹੋਇਆ, ਜਿਹੜਾ ਆਇਆ ਵੀ ਹੋਇਆ 28 ਤਰੀਕ ਨੂੰ ਜਿਹੜਾ ਹੋਇਆ, ਇਹਦੇ ਨਾਲ ਨੁਕਸਾਨ ਕਿਹਨੂੰ ਹੋਇਆ? ਲੋਕੀ ਜਿਹੜੇ ਇੱਥੇ ਦੇ ਲੋਕਲ ਗੋਰੇ ਆ ਜਾਂ ਹੋਰ ਕਮਿਊਨਿਟੀਜ਼ ਵਾਲੇ ਲੋਕ ਹੈ, ਉਹ ਸਾਡੇ ਤੇ ਥੂ ਕਰਦੇ ਕਿ ਦੇਖੋ ਤੁਹਾਡੀ ਆਹ ਅਕਲ ਹੈ, ਤੁਸੀਂ ਆਪਸ ਵਿੱਚ ਹੀ ਏਦਾਂ ਲੜਦੇ ਹੋ। ਦੇਖੋ ਫਿਰ ਇੱਕ ਪਾਸੇ ਦੂਜੇ ਪਾਸੇ ਕਹਿੰਦੇ ਕਿ ਅਸੀਂ ਬਹੁਤ ਸਹਿਨਸ਼ੀਲਤਾ ਵਾਲੇ, ਸਾਡੇ ਗੁਰੂਆਂ ਨੇ ਆਹ ਕਿਹਾ, ਸਾਡੇ ਗੁਰੂਆਂ ਨੇ ਉਹ ਕਿਹਾ। ਆਹ ਜੋ ਕੁਝ ਤੁਸੀਂ ਕਰ ਰਹੇ ਹੋ, ਇਹ ਗੁਰੂਆਂ ਨੇ ਤਾਂ ਕਿਤੇ ਕਿਹਾ ਹੀ ਨਹੀਂ ਹੈ। ਤੁਸੀਂ ਗੁਰੂਆਂ ਦੇ ਸਿੱਖ ਕਿੱਥੋਂ ਬਣ ਜਾਓਗੇ ਜੇ ਇਹੋ ਜਿਹਾ ਕੰਮ ਕਰੋਗੇ? ਠੀਕ ਹੈ, ਮੈਂ ਇੰਨਾ ਕਹਿੰਦਾ ਹੋਇਆ ਮਾਫੀ ਮੰਗਦਾ। ਬਹੁਤ ਵਧੀਆ ਮੈਸੇਜ ਦੇ ਰਹੇ ਹੋ, ਇਹ ਤੋਂ ਵਧੀਆ ਮੈਸੇਜ ਕਿਸੇ ਵੀ ਤਰੀਕੇ ਨਾਲ ਦਿੱਤਾ ਨਹੀਂ ਜਾ ਸਕਦਾ। ਪਰਮਾਤਮਾ ਕਰੇ ਉਹਨਾਂ ਤੱਕ ਪਹੁੰਚੇ ਜਿਨ੍ਹਾਂ ਵਾਸਤੇ ਤੁਸੀਂ ਮੈਸੇਜ ਦੇ ਰਹੇ ਹੋ। ਥੈਂਕ ਯੂ ਸੈਣੀ ਸਾਹਿਬ। ਵੇਖੋ, ਜਿਵੇਂ ਸਾਡੇ ਕਾਲਰ ਵੀ ਜਿਹੜੇ ਆ ਕਹਿ ਰਹੇ ਆ, ਰੇਡੀਓ ਜ਼ਿੰਦਾਬਾਦ ਦੇ ਉੱਤੇ ਤੁਸੀਂ ਸ਼ੁਰੂ 'ਚ ਵੀ ਇਹੋ ਹੀ ਜਿਹੜਾ ਸ਼ਬਦ ਸੁਣਦੇ ਹੋ ਕਿ ਸਾਨੂੰ ਜਿਹੜਾ ਆ ਦੇਸ਼ਵਾ ਬਰ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਡਰੂ। ਸਾਨੂੰ ਆਪਣਾ ਕਰਮ ਜਿਹੜਾ ਆ ਨਿਡਰ ਹੋ ਕੇ ਕਰਦੇ ਰਹਿਣਾ ਚਾਹੀਦਾ। ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦਾ ਮਾਦਾ ਜ਼ਰੂਰ ਰੱਖਦੇ ਰਹਿਣਾ ਚਾਹੀਦਾ, ਕਿਉਂਕਿ ਗਲਤ ਨੂੰ ਸਹੀ ਕਹਿਣਾ ਉਹ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਹੈ। ਜੇ ਅਸੀਂ ਵਾਕਈ ਸੱਚੇ ਸਿੱਖ ਹਾਂ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਜਸਟਿਸ ਹੈ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਡਿਵੀਜ਼ਨ ਜਿਹੜੀ ਆ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਹੈ, ਅਤੇ ਨਾ ਕਿ ਅਸੀਂ ਆਪ ਡਿਵਾਈਡ ਹੋ ਜਾਈਏ। ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਨੇ ਬੱਚੇ ਸ਼ਹੀਦ ਕੀਤੇ ਨੇ ਇਕੱਠਤਾ ਵਾਸਤੇ। ਔਰ ਜਿਵੇਂ ਸਹੀ ਸਿੱਖ ਜਿਹੜਾ ਆ ਉਹਨੂੰ ਇਹ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਖਾਲਸਾ ਪੰਥ ਸਾਡੇ ਪੰਜ ਪਿਆਰੇ ਜਿਹੜੇ ਆ, ਉਹਨਾਂ 'ਚ ਹਿੰਦੂ ਵੀ ਸੀਗੇ, ਗੁਜਰਾਤੀ ਵੀ ਸੀਗੇ, ਉੜੀਸਾ ਦੇ ਵੀ ਸੀਗੇ, ਯੂਪੀ ਦੇ ਵੀ ਸੀਗੇ, ਕਰਨਾਟਕਾ ਦੇ ਵੀ ਸੀਗੇ, ਲਾਹੌਰ ਦੇ ਵੀ ਸੀਗੇ। ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਪੰਜ ਪਿਆਰੇ ਬਣੇ ਔਰ ਉਹ ਸਾਡੀ ਸ਼ੁਰੂਆਤ ਹੈ ਸਾਡੇ ਖਾਲਸਾ ਪੰਥ ਦੀ। ਖਾਲਸਾ ਪੰਥ ਕੋਈ ਰੂਪ ਨਹੀਂ ਹੈ, ਖਾਲਸਾ ਪੰਥ ਕੋਈ ਸ਼ਕਲ ਨਹੀਂ ਹੈ, ਖਾਲਸਾ ਪੰਥ ਕੋਈ ਗੋਲ ਪਰਨਾ ਨਹੀਂ ਹੈ, ਖਾਲਸਾ ਪੰਥ ਸਿਰਫ ਕੇਸ਼ ਦਾੜੀ ਰੱਖਣਾ ਨਹੀਂ ਹੈ। ਖਾਲਸਾ ਪੰਥ ਇਹ ਹੈ ਕਿ ਜੇ ਤੁਸੀਂ ਅੰਦਰੋਂ ਖਾਲਸ ਹੋ, ਸਿੱਖ ਧਰਮ ਉਹ ਹੈ ਕਿ ਜੇ ਤੁਸੀਂ ਸਿੱਖੀ ਸਿਧਾਂਤ 'ਤੇ ਚੱਲਦੇ ਹੋ, ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਜਦੋਂ ਅਸੀਂ ਨਤਮਕਸਦ ਹੁੰਦੇ ਹਾਂ, ਸਿਰ ਝੁਕਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ, ਅਸੀਂ ਭਗਤ ਕਬੀਰ ਜੀ ਦੀ ਬਾਣੀ ਨੂੰ ਵੀ ਝੁਕਾਉਂਦੇ ਹਾਂ, ਭਗਤ ਰਵਿਦਾਸ ਦੀ ਨੂੰ ਵੀ ਝੁਕਾਉਂਦੇ ਹਾਂ। ਅਸੀਂ ਉਹਨਾਂ ਨੂੰ ਵੱਖਰਾ ਕਰਕੇ ਸਿਰਫ ਸਿੱਖਾਂ ਦੇ ਗੁਰੂਆਂ ਨੂੰ ਨਹੀਂ ਮੱਥਾ ਟੇਕਦੇ। ਇਹ ਇੱਕ ਐਸਾ ਦੁਨੀਆ ਦਾ ਧਰਮ ਹੈ ਜਿਹਦੇ ਵਿੱਚ ਹਰ ਧਰਮ ਨੂੰ ਅਸੀਂ ਮੱਥਾ ਟੇਕਦੇ ਹਾਂ। ਔਰ ਜੇ ਅੱਜ ਅਸੀਂ ਗਾਲਾਂ ਕੱਢ ਰਹੇ ਹਾਂ ਦੂਸਰਿਆਂ ਨੂੰ, ਜਾਂ ਵੱਖਵਾਦੀ ਗੱਲਾਂ ਕਰ ਰਹੇ ਹਾਂ, ਜਾਂ ਅਸੀਂ ਵੱਖਵਾਦ ਦੇ ਸ਼ਿਕਾਰ ਹੋ ਰਹੇ ਹਾਂ ਕੁਛ ਚੰਦ ਲੋਕਾਂ ਦੇ ਲੀਡਰਸ਼ਿਪ ਕਰਕੇ, ਜਿਹੜੇ ਸੈਲਫ ਸਟਾਈਲ ਲੀਡਰ ਨੇ, ਔਰ ਸਾਡੇ ਇੰਨੇ ਸਾਲਾਂ ਦੇ 100 ਸਾਲ ਤੋਂ ਉੱਪਰ ਜਿਹੜਾ ਇੰਡੋ ਕੈਨੇਡੀਅਨਸ ਦਾ ਜਿਹੜਾ ਇੱਥੇ ਹਿਸਟਰੀ ਹੈ, ਜਿਹੜੀ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਸਹਿਆ, ਜਿਹੜਾ ਉਹਨਾਂ ਨੇ ਲੜ ਕੇ ਆਪਣੇ ਆਪ ਨੂੰ ਇਸਟੈਬਲਿਸ਼ ਕੀਤਾ, ਅਸੀਂ ਉਹਨਾਂ ਦੀ ਸਾਰਿਆਂ ਦੀ ਮਿਹਨਤ ਜਿਹੜੀ ਆ ਉਹ ਬੇਕਾਰ ਕਰ ਰਹੇ ਹਾਂ। ਇਸ ਕਰਕੇ ਸਾਨੂੰ ਇੱਕ ਹੀ ਫਲਸਫਾ ਜਿਹੜਾ ਆ ਉਹਦੇ 'ਤੇ ਚੱਲਣਾ ਚਾਹੀਦਾ ਹੈ
ਕਿ ਅਸੀਂ ਸਭ ਤੋਂ ਪਹਿਲਾਂ ਕੈਨੇਡੀਅਨ ਹੈ। ਸਾਡੇ ਵਾਸਤੇ ਪਾਕਿਸਤਾਨ 'ਚ ਕਿਹੜੀ ਸਰਕਾਰ ਆਉਂਦੀ ਹੈ ਡਜ਼ਨ ਮੈਟਰ, ਇੰਡੀਆ 'ਚ ਕਿਹੜੀ ਸਰਕਾਰ ਆਉਂਦੀ ਹੈ ਡਜ਼ਨ ਮੈਟਰ। ਸਾਨੂੰ ਕਿਸੇ ਵੀ ਸਰਕਾਰ ਪਿੱਛੇ, ਕਿਸੇ ਵੀ ਬਿੱਲ ਪਿੱਛੇ ਆਪਣਾ ਭਾਈਚਾਰਾ, ਕੈਨੇਡੀਅਨ ਭਾਈਚਾਰਾ, ਇੰਡੋ ਕੈਨੇਡੀਅਨ ਭਾਈਚਾਰਾ ਜਿਹੜਾ ਉਹਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ। ਸਾਨੂੰ ਸਾਰੇ ਹੀ ਲੋਕਾਂ ਨੂੰ, ਚਾਹੇ ਉਹ ਜਿਹੜੇ ਮਰਜ਼ੀ ਧਰਮ ਤੋਂ ਹੋਣ, ਉਹਨਾਂ ਦੇ ਨਾਲ ਭਾਈਚਾਰਾ ਆਪਣਾ ਬਣਾ ਕੇ ਰੱਖਣਾ ਚਾਹੀਦਾ, ਤਾਂ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਇੱਕ ਚੰਗਾ ਸਬੂਤ ਦੇ ਸਕੀਏ, ਨਾ ਕਿ ਉਹ ਸਾਡੇ ਵੱਲ ਵੇਖ ਕੇ ਅਫਸੋਸ ਕਰਨ, ਸਾਡੇ ਵੱਲ ਵੇਖ ਕੇ ਇਹ ਸੋਚਣ ਕਿ ਇਹ ਲੋਕ ਜਿਹੜੇ ਆ, ਇਹ ਅਸੱਭਿਅਤ ਲੋਕ ਜਿਹੜੇ ਆ, ਇਹ ਸਾਡੇ ਦੇਸ਼ 'ਚ ਕਿੱਥੋਂ ਆ ਗਏ। ਕਿਉਂਕਿ ਸਾਡੇ ਬਜ਼ੁਰਗਾਂ ਨੇ ਇੱਥੇ, ਸਾਡੇ ਉਹ ਕੈਨੇਡੀਅਨ, ਇੰਡੋ ਕੈਨੇਡੀਅਨਸ ਨੇ ਜਿਹਨੇ ਬਹੁਤ ਪਹਿਲਾਂ ਆਏ ਆ, ਉਹਨਾਂ ਨੇ ਬੜੀ ਮਿਹਨਤ ਕਰਕੇ ਇੱਕ ਐਸਾ ਇਮੇਜ ਬਣਾਈ ਹੈ ਕਿ ਜਿੱਥੇ ਸਾਡੀ ਆਇਡੈਂਟੀਟੀ ਹੈ, ਜਿੱਥੇ ਕਿ ਕੈਨੇਡੀਅਨ ਲੋਕ ਜਿਹੜੇ ਆ ਉਹ ਪਛਾਣ ਰੱਖਦੇ ਆ ਕਿ ਇਹ ਸਿੱਖ ਆ, ਇਹ ਇੰਡੀਅਨ ਹੈ, ਇਹ ਹਿੰਦੂ ਹੈ। ਅਦਰਵਾਈਜ਼ ਸਾਡੇ ਉੱਤੇ ਵਾਪਸ ਉਵੇਂ ਦੇ ਰੂਲ ਲਾਗੂ ਹੋਣੇ ਪੈਣੇ ਆ ਜੋ ਸ਼ਾਇਦ ਜਿੱਥੋਂ ਅਸੀਂ ਆਏ ਆ ਉੱਥੇ ਨੇ। ਡੰਡੇ ਨਾਲ ਚੀਜ਼ ਹੋਏਗੀ, ਪ੍ਰੋਟੈਸਟ ਕਰਨੇ, ਪੀਸਫੁਲ ਪ੍ਰੋਟੈਸਟ ਕਰਨੇ ਇੱਥੇ ਬੰਦ ਹੋਣਗੇ, ਇੱਥੇ ਆਵਾਜ਼ ਚੁੱਕਣੀ ਬੰਦ ਹੋ ਜਾਏਗੀ, ਫਰੀडम ਆਫ ਸਪੀਚ ਬੰਦ ਹੋਏਗੀ। ਕਿਉਂਕਿ ਅਸੀਂ ਗੌਰਮੈਂਟ ਨੂੰ, ਅਸੀਂ ਦੇਸ਼ ਨੂੰ ਮਜਬੂਰ ਕਰ ਰਹੇ ਹਾਂ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੇ। ਸ਼ਾਇਦ ਉਹ 1% ਹੋਣ, ਚਾਹੇ 0.5% ਹੋਣ, ਮਗਰ ਸਾਨੂੰ ਜੇ ਬਾਕੀ 99% ਨੂੰ ਬਚਾਉਣਾ ਹੈ, ਖਾਸ ਤੌਰ 'ਤੇ ਆਪਣੇ ਫਿਊਚਰ ਨੂੰ ਬਚਾਉਣਾ, ਆਪਣੇ ਬੱਚਿਆਂ ਨੂੰ ਬਚਾਉਣਾ, ਤੇ ਸਾਨੂੰ ਨਫ਼ਰਤ ਜਿਹੜੀ ਆ ਉਹਨੂੰ ਸ਼ੁਰੂ ਦੇ ਵਿੱਚ ਹੀ ਰੋਕ ਦੇਣਾ ਚਾਹੀਦਾ। ਅਦਰਵਾਈਜ਼ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਨਫ਼ਰਤ ਦੇ ਨਾਲ ਇੱਕ ਕੈਨੇਡੀਅਨ ਬਣਨਗੇ, ਜਿਹੜਾ ਕਿ ਸਾਡੇ ਲਈ ਮੰਦਭਾਗਾ ਹੋਏਗਾ। ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਣਾ। ਰੇਡੀਓ ਜ਼ਿੰਦਾਬਾਦ ਵੇਖਦੇ ਰਹੋ। ਰੱਬ ਰਾਖਾ। The views expressed on the